ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। ਇਹ ਭੀਤਰ ਤੇ ਇਨ ਕਉ ਡਾਰੋ ਆਪਨ ਨਿਕਟ ਬੁਲਾਵੋ। ਆਪਣੀ ਬਿਦ ਆਪ ਜਨਾਵੋ। ਆਪਣੀ ਬਿਦ ਆਪ ਜਨਾਵੋ। ਹਰ ਜਨ ਮੰਗਲ ਗਾਵੋ। ਬਿਸਰ ਨਾਹੀ ਕਬੂ ਹੀਏ ਤੇ ਇਹ ਬਿਦ ਮਨ ਮਹਿ ਪਾਵੋ। ਗੁਰਪੁਰਾ ਭੇਟਿਓ ਵੱਡ ਭਾਗੀ ਜਨ ਨਾਨਕ ਕਤਹਿ ਨ ਤਾਵੋ। ਤੂੰ ਸੁਲਤਾਨ ਕਹਾ ਹਉ ਮੀਆਂ ਤੇਰੀ ਕਵਨ ਵਡਾਈ। ਜੋ ਤੂੰ ਦੇਹ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਨ ਨਾ ਜਾਈ। ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ। ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਮਾਘ ਮੱਝਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਹਰਿ ਕਾ ਨਾਮ ਧਿਆਏ ਸੁਣ ਸਭਨਾ ਨੋ ਕਰ ਦਾਨ। ਮਾਘ ਮੱਝਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਹਰਿ ਕਾ ਨਾਮ ਧਿਆਏ ਸੁਣ ਸਭਨਾ ਨੋ ਕਰ ਦਾਨ। ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਅੱਠ ਸਠ ਤੀਰਥ ਸਗਲ ਪੁਨ ਜੀ ਦਇਆ ਪਰਵਾਨ। ਜਿਸ ਨਾਉ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ।
ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਗ ਸੁਚੇ ਸੇ ਕਾਂਡੀਐ, ਜਿਨ ਪੂਰਾ ਗੁਰ ਮਿਹਰਵਾਨ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਗ ਸੁਚੇ ਸੇ ਕਾਂਡੀਐ, ਜਿਨ ਪੂਰਾ ਗੁਰ ਮਿਹਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਹਾਲਤ ਪਲਤ ਦੇ ਰਾਖੇ, ਸਰਬ ਸਾਂਝੀਵਾਲਤਾ ਦੇ ਰਹਿਬਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾਤਾਰ ਪਿਤਾ ਦੀ ਪਾਵਨ ਪਵਿੱਤਰ ਗੋਦ ਵਿਖੇ ਸ਼ੁਭਾਈਮਾਨ ਅਤੇ ਘਰਾਂ ਵਿੱਚ ਬੈਠੇ ਹਰ ਜਸ ਕੀਰਤਨ ਸ਼ਰਵਣ ਕਰ ਰਹੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਭਾਗਾਂ ਵਾਲੇ ਹਾਂ। ਮਾਲਕ ਦੀ ਪਾਵਨ ਬਾਣੀ ਦੇ ਨਾਲ ਜੁੜਨ ਦਾ ਸਾਨੂੰ ਸਾਰਿਆਂ ਨੂੰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਅਤੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਜੋਧਵੀਰ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਪਾਸੋਂ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਆਪ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਸ਼ਰਵਣ ਕੀਤੇ ਹਨ। ਉਪਰੰਤ 12 ਮਾਹ ਵਿਖੇ ਜੋ ਪੰਚਮ ਪਾਤਸ਼ਾਹ ਮਹਾਰਾਜ ਜੀ ਦੇ ਅਮੋਲਕ ਬਚਨ ਹਨ, ਜਿਸ ਰਾਹੀਂ ਸਤਿਗੁਰੂ ਦਾਤੇ ਨੇ ਮਾਘ ਦੇ ਮਹੀਨੇ ਨੂੰ ਪਵਿੱਤਰ ਬਣਾਉਣ ਦਾ ਉਪਦੇਸ਼ ਦਿੱਤਾ ਹੈ। ਦੁਨੀਆ ਦੇ ਲੋਕ ਇਸ ਨੂੰ ਪਵਿੱਤਰ ਕਹਿੰਦੇ ਨੇ, ਪਰ ਸਤਿਗੁਰੂ ਦਾਤੇ ਦੀ ਸੋਚ ਕੁਝ ਵੱਖਰੀ ਹੈ, ਕਿਉਂਕਿ ਲੋਕ ਤੀਰਥਾਂ ਉੱਤੇ ਨਹਾਣ ਕਰਕੇ ਇਸ ਮਹੀਨੇ ਨੂੰ ਪਵਿੱਤਰ ਕਹਿੰਦੇ ਨੇ। ਮਾਲਕ ਜੀ ਕਿਸੇ ਹੋਰ ਇਸ਼ਨਾਨ ਬਾਰੇ ਦੱਸ ਰਹੇ ਨੇ। ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਦਾਤੇ ਨੇ ਜੋ ਪੈਗਾਮ ਦਿੱਤਾ ਹੈ, ਆਓ ਗੁਰੂ ਚਰਨਾਂ ਦੀ ਟੇਕ ਲਈਏ, ਅਰਦਾਸ ਕਰੀਏ ਸਾਹਿਬਾਂ ਦੇ ਪਾਵਨ ਚਰਨਾਂ ਵਿੱਚ। ਮਾਲਕ ਜੀ ਮਿਹਰ ਬਖਸ਼ੋ, ਆਪਣਾ ਰਹਿਮਤ ਦਾ ਹੱਥ ਰੱਖੋ, ਆਪਣੀ ਕਿਰਪਾ ਦਾ ਸਦਕਾ ਜਿੱਥੇ ਆਪ ਜੀ ਨੇ ਗੁਰ ਸ਼ਬਦ ਦੀ ਵਿਚਾਰ ਕਰਾਉਣੀ ਹੈ, ਨਾਲ ਅੱਜ ਇਤਿਹਾਸਕ ਦਿਨ ਦੀ ਵੀ ਵਿਚਾਰ ਆਪ ਹੀ ਕਰਾ ਲਵੋ। ਕਰੋ ਗੁਰੂ ਪਿਤਾ ਦੇ ਪਾਵਨ ਚਰਨਾਂ ਵਿੱਚ ਜੋਦੜੀ, ਕੋਈ ਰਸਨਾ ਵਾਂਝੀ ਨਾ ਰਹੇ। ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਗੁਰੂ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸ਼ਬਦ ਦੇ ਅੰਦਰ ਸਾਹਿਬ ਨੇ ਮਾਘ ਸ਼ਬਦ ਦਾ ਨਾਮ ਵਰਤਿਆ ਹੈ, ਮਹੀਨੇ ਦਾ। ਪਰ ਇੱਕ ਗੱਲ ਯਾਦ ਰੱਖਣਾ, ਜਿਹੜੀ ਵਿਚਾਰ ਗੁਰਬਾਣੀ ਦੀ ਹੈ ਨਾ, ਬੜੀ ਸਪਸ਼ਟ ਹੈ। ਗੁਰਬਾਣੀ ਵਿਆਕਰਨ ਹੈ ਜਿਹੜੀ, ਉਹ ਇੱਕ ਗੱਲ ਨੂੰ ਦਰਸਾਉਂਦੀ ਹੈ। ਭਾਵੇਂ ਅਸੀਂ ਇਹਦੇ ਅਰਥ ਕਿਸੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰੀਏ, ਭਾਵੇਂ ਗੁਰਬਾਣੀ ਨੂੰ ਕਈ ਤਰੀਕੇ ਦੇ ਨਾਲ ਤੋੜ ਮੜੋੜ ਕੇ ਅਰਥ ਕਰਨ ਦੀ ਕੋਸ਼ਿਸ਼ ਕਰਦੇ ਰਹੀਏ, ਪਰ ਯਾਦ ਰੱਖਣਾ ਵਿਆਕਰਨ ਦਾ ਇੱਕ ਨਿਯਮ ਹੈ। ਜਦੋਂ ਉਹ ਵਿਆਕਰਨ ਦਾ ਨਿਯਮ ਅਸੀਂ ਉਸ ਦਾਇਰੇ ਦੇ ਅੰਦਰ ਰਹਿ ਕੇ ਇਸ ਸ਼ਬਦ ਦੇ ਅਰਥ ਕਰਾਂਗੇ, ਤੇ ਸ਼ਬਦ ਦੇ ਅਰਥ ਮਾਘ ਦੇ, ਕਿਉਂਕਿ ਘੱਗੇ ਨੂੰ ਸਿਹਾਰੀ ਲੱਗੀ ਹੈ। ਹੁਣ ਉਹ ਸਿਹਾਰੀ ਇਹ ਦਰਸਾਉਂਦੀ ਹੈ ਮਾਘ ਮਹੀਨੇ ਦੇ ਰਾਹੀਂ ਸ਼ਬਦ ਵਰਤੇ ਨੇ ਸਾਹਿਬ ਨੇ। ਇਸ ਰਾਹੀਂ ਜੀਵਨ ਦਾ ਕਿਹੜਾ ਪੈਗਾਮ ਹੈ ਜਿਹੜਾ ਸਿੱਖਾ ਤੇਰੇ ਹਿਰਦੇ ਵਿੱਚ ਟਿਕਣਾ ਚਾਹੀਦਾ ਹੈ, ਜਿਹੜਾ ਤੇਰੇ ਹਿਰਦੇ ਵਿੱਚ ਆਉਣਾ ਚਾਹੀਦਾ ਹੈ। ਵੇਖੋ ਗੁਰੂ ਨੇ ਰੁੱਤਾਂ ਦੇ ਉੱਤੇ ਵੀ ਬਾਣੀ ਉਚਾਰਨ ਕੀਤੀ ਹੈ,
ਥਿੱਤਾਂ ਦੇ ਉੱਤੇ ਵੀ ਬਾਣੀ ਹੈ, ਪਹਿਰਿਆਂ ਦੇ ਉੱਤੇ ਵੀ ਬਾਣੀ ਹੈ। ਹਰ ਇੱਕ ਸਵਾਸ ਸਵਾਸ ਦੇ ਉੱਤੇ ਗੁਰੂ ਨੇ ਜੀਵਨ ਜਿਉਣ ਦੀ ਜੁਗਤ ਸਿਖਾਈ ਹੈ। ਇੱਥੋਂ ਤੱਕ ਕਿਹਾ ਹੈ ਸਿੱਖਾ, ਮੈਂ ਤੇ ਤੈਨੂੰ ਇਹ ਪੈਗਾਮ ਦੇਣਾ ਚਾਹੁੰਦਾ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਉਹ ਤੇ ਤੇਰਾ ਦਮ ਦਮ ਇੱਕ ਰੱਬ ਦੇ ਲੇਖੇ ਲੱਗਦਾ ਹੈ। ਨਾਨਕ ਸੋਈ ਦਿਨਸ ਸੁਹਾਵੜਾ, ਜਿਤ ਪ੍ਰਭ ਆਵੈ ਚਿਤ, ਜਿਤ ਦਿਨ ਵਿਸਰੈ ਪਾਰ ਬ੍ਰਹਮ, ਫਿਟ ਭਲੇਰੀ ਰੁੱਤ। ਇਸੇ ਲਈ ਗੁਰੂ ਨੇ ਜਿਸ ਵਕਤ ਉਹ ਦਿਨ ਦਾ ਜ਼ਿਕਰ ਕੀਤਾ ਨਾ, ਵੀ ਕਿਹੜਾ ਦਿਨ ਚੰਗਾ ਹੈ ਤੇ ਕਿਹੜਾ ਦਿਨ ਮਾੜਾ ਹੈ, ਕਿਉਂਕਿ ਮਾਘ ਦਾ ਮਹੀਨਾ ਆਮ ਤੌਰ ਤੇ ਲੋਕਾਂ ਨੇ ਕਿਹਾ ਵੀ ਬੜਾ ਪਵਿੱਤਰ ਮੰਨਿਆ ਜਾਂਦਾ ਹੈ। ਤੇ ਕਹਿਣ ਵਾਲਾ ਕੌਣ ਸੀ? ਜਿਹਨੂੰ ਇਹ ਕਹਿਣ ਦੇ ਪਿੱਛੇ ਜਿਹਦਾ ਸਵਾਰਥ ਛਿਪਿਆ ਸੀ। ਤੇ ਸਵਾਰਥ ਕਿਹਦਾ ਛਿਪਿਆ ਸੀ? ਧਾਰਮਿਕ ਆਗੂ ਦਾ। ਕਈ ਵਾਰੀ ਧਾਰਮਿਕ ਆਗੂ ਐਸੀ ਗਲਤੀ ਕਰ ਜਾਂਦੇ ਨੇ ਵੀ ਬੜੇ ਲੰਮੇ ਸਮੇਂ ਤੱਕ, ਸਦੀਆਂ ਤੱਕ ਉਹਨਾਂ ਦੀ ਕੀਤੀ ਹੋਈ ਗਲਤੀ ਲੁਕਾਈ ਭੁਗਤਦੀ ਰਹਿੰਦੀ ਹੈ। ਇਸ ਲੁਕਾਈ ਨੂੰ ਛੁੱਟਣਾ ਉਹਨਾਂ ਗਲਤੀਆਂ ਤੋਂ ਮੁਸ਼ਕਲ ਹੋ ਜਾਂਦਾ ਹੈ। ਕੁਝ ਐਸੀ ਵਿਚਾਰ ਉਹਨਾਂ ਲੋਕਾਂ ਨੇ ਦਿੱਤੀ ਸੀ ਵੀ ਮਾਘ ਦਾ ਮਹੀਨਾ ਪਵਿੱਤਰ ਹੁੰਦਾ ਹੈ। ਚਲੋ, ਜਿਨ੍ਹਾਂ ਨੂੰ ਦਿੱਤੀ ਸੀ ਉਹਨਾਂ ਨੂੰ ਮੁਬਾਰਕ ਹੈ, ਉਹਨਾਂ ਦੇ ਵਾਸਤੇ ਪਵਿੱਤਰ ਹੋਵੇ, ਸਾਨੂੰ ਇਹਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ। ਪਰ ਜਿਹੜਾ ਗੁਰੂ ਨਾਨਕ ਦੇਵ ਆਪਣਾ ਗੁਰੂ ਮੰਨਦਾ ਹੋਵੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਰੋਜ਼ ਆਣ ਕੇ ਸੀਸ ਝੁਕਾਉਂਦਾ ਹੋਵੇ, ਜਿਹੜਾ ਨਮਸਤਕ ਗੁਰੂ ਚਰਨਾਂ ਵਿੱਚ ਹੁੰਦਾ ਹੋਵੇ, ਤੇ ਮਾਲਕ ਦੇ ਬਾਣੀ ਵਿੱਚ ਕਹਿੰਦੇ ਨੇ, ਪਿਆਰਿਆ ਗੁਰੂ ਦੀ ਮੱਤ ਲੈਣ ਦਾ ਸਮਾਂ ਹੈ, ਤੇ ਆ ਤੈਨੂੰ ਮੈਂ ਦੇਵਾਂ ਭਾਵੇਂ ਲੋਕ ਕੁਝ ਕਹੀ ਜਾਣ। ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹੁੰਦਾ ਵਾਂ, ਪੂਰਾ ਥਾਟ ਬਣਾਇਆ ਪੂਰੈ, ਵੇਖੋ ਏਕ ਸਮਾਨਾ, ਇਸ ਪਰਪੰਚ ਮੈਂ ਸਾਚੇ, ਨਾਮ ਕੀ ਵਡਿਆਈ ਮਤ ਕੋ ਧਰੋ ਗੁਮਾਨਾ। ਸਤਿਗੁਰ ਕੀ ਜਿਸਨੋ ਮਤ ਆਵੈ, ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜਿਉ ਜਾਣੈ, ਤਿਸ ਅੰਤਰ ਰਵੈ ਹਰ ਨਾਮਾ। ਮੈਂ ਤੇ ਤੈਨੂੰ ਜਿੰਨੇ ਤਮਾਮ ਪਖੰਡ ਨਾ, ਕਰਮ ਧਰਮ ਪਾਖੰਡ ਜੋ ਦੀਸਹਿ, ਤਿਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਸੰਤੋਹ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ, ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਮੈਂ ਤੇ ਤੈਨੂੰ ਇੱਕ ਸਿਧਾਂਤ ਨੂੰ ਦ੍ਰਿੜ ਕਰਾਉਣਾ ਚਾਹੁੰਦਾ। ਤੂੰ ਤਮਾਮ ਚੀਜ਼ਾਂ, ਲੋਕ ਜਿੰਨੀਆਂ ਮਰਜ਼ੀ ਉਦਾਹਰਨਾਂ ਦਿੱਤੀ ਜਾਣ, ਜਿੰਨੇ ਮਰਜ਼ੀ ਭੁਲੇਖੇ ਪਾਈ ਜਾਣ, ਤੂੰ ਉਹਨਾਂ ਦੀ ਗੱਲ ਨਾ ਮੰਨ ਕੇ ਆਪਣੀ ਗੁਰੂ ਦੀ ਗੱਲ ਮੰਨਿਆ ਕਰ। ਗੁਰੂ ਤੇਰਾ ਜੋ ਕੁਝ ਕਹਿੰਦਾ ਹੈ ਉਸ ਉੱਤੇ ਵਿਚਾਰ ਕਰ। ਮੈਂ ਇੱਕ ਗੱਲ ਜ਼ਰੂਰ ਕਹਾਂਗਾ ਆਰੰਭਤਾ ਦੇ ਵਿੱਚੋਂ, ਤੁਲਸੀਦਾਸ ਨੇ ਇਹਨਾਂ 6 ਚੀਜ਼ਾਂ ਦਾ ਜ਼ਿਕਰ ਕੀਤਾ ਹੈ। ਉੱਤੇ 6 ਚੀਜ਼ਾਂ ਦਾ ਜ਼ਿਕਰ ਕਰਦਿਆਂ ਹੋਇਆਂ ਕਹਿੰਦੇ ਨੇ, ਜੇਕਰ ਸਮੁੱਚੇ ਲੋਕਾਂ ਦੀ ਇੱਕ ਸੋਚ ਬਣਾਉਣਾ ਚਾਹੁੰਦੇ ਨਾ, ਇਹ ਕਹਿਣਾ ਚਾਹੁੰਦੇ ਹੋ ਮਿੱਤਰਤਾ ਸਾਬਤ ਹੋ ਜਾਵੇ, ਤੇ 6 ਚੀਜ਼ਾਂ ਹੋਣੀਆਂ ਜ਼ਰੂਰੀ ਨੇ। ਉਹ 6 ਚੀਜ਼ਾਂ ਕਿਹੜੀਆਂ ਨੇ? ਆਸਾ ਇਸ਼ਟ ਉਪਾਸਨਾ, ਖਾਣ ਪਾਣ ਪਹਿਰਾਨ, ਖਟ ਦਰਸ਼ਨ ਪ੍ਰਗਟ ਜਹਾਂ, ਤਹਾਂ ਮਿੱਤਰਤਾ ਜਾਨ। ਇਹ 6 ਜਿਹੜੇ ਚੀਜ਼ਾਂ ਨੇ ਨਾ, 6 ਲੱਛਣ ਨੇ, ਜਿੱਥੇ ਪ੍ਰਗਟ ਹੋ ਗਏ ਨਾ, ਸਮਝ ਲਓ ਮਿੱਤਰਤਾ ਹੋਣੀ ਸ਼ੁਰੂ ਹੋ ਜਾਏਗੀ। ਪਰ ਜਿਹੜੀਆਂ ਉਹਨਾਂ ਨੇ ਜ਼ਿਕਰ ਕੀਤਾ ਇਹਨਾਂ 6 ਚੀਜ਼ਾਂ ਦਾ, ਬੜਾ ਔਖਾ ਹੈ ਇਹਨਾਂ 6 ਚੀਜ਼ਾਂ ਨੂੰ ਅਪਣਾਉਣਾ। ਉਹ 6 ਚੀਜ਼ਾਂ ਦਾ ਜ਼ਿਕਰ ਕਰਦੇ ਨੇ। ਸਭ ਤੋਂ ਪਹਿਲਾਂ ਆਸਾ ਸਾਰਿਆਂ ਦੀ ਇੱਕ ਹੋਵੇ। ਸਾਰਿਆਂ ਦੇ ਅੰਦਰ ਖਵਾਇਸ਼ ਇੱਕ ਹੋਣੀ ਚਾਹੀਦੀ ਹੈ, ਤੇ ਖਵਾਇਸ਼ ਤਾਂ ਇੱਕ ਹੋਏਗੀ ਜਿਸ ਵਕਤ ਸਾਰਿਆਂ ਦਾ ਇਸ਼ਟ ਇੱਕ ਹੋਵੇਗਾ। ਉਹ ਕਹਿੰਦਾ ਝਗੜੇ ਇਸ ਗੱਲ ਦੇ ਨੇ ਆ, ਇਸ ਗੱਲ ਤੇ ਖੜੇ ਨੇ ਵੀ ਇਸ਼ਟ ਇੱਕ ਨਹੀਂ। ਇੱਥੋਂ ਤੱਕ ਕਿ ਘਰ ਦੇ ਬੱਚੇ ਵੀ ਹੋਣ ਨਾ, ਆਪਣੇ ਘਰਾਂ ਦੇ ਅੰਦਰ ਘਰ ਦੇ ਸਦੱਸਿਆ ਹੋਣ ਤੇ ਗੱਲ ਵੱਖਰੀ ਹੈ। ਘਰ ਦੇ ਸਦੱਸਿਆ ਦੀ ਤੇ ਇਹ ਕਵਾਂਗੇ ਨਾ ਬਈ ਕਿਸੇ ਦਾ ਮੂੰਹ ਕਿਹੜੇ ਪਾਸੇ ਨੂੰ, ਕਿਸੇ ਦਾ ਕਿਹੜੇ ਪਾਸੇ ਨੂੰ। ਕਾਰਨ ਕੀ ਹੈ ਇਹਦੇ ਪਿੱਛੇ? ਕਾਰਨ ਇਹ ਆ ਵੀ ਗੁਰੂ ਇੱਕ ਨਹੀਂ, ਉਹ ਗੁਰੂ ਵੱਖ ਵੱਖ ਮੰਨੀ ਜਾ ਰਹੇ ਨੇ। ਕੋਈ ਤੇ ਜਾ ਰਿਹਾ ਕਿਸ ਡੇਰੇ ਦੇ ਉੱਤੇ, ਕੋਈ ਕਿਸ ਡੇਰੇ ਉੱਤੇ ਪਹੁੰਚ ਰਿਹਾ ਹੈ, ਕੋਈ ਮੂਰਤ ਨੂੰ ਸੀਸ ਨਿਵਾ ਰਿਹਾ ਹੈ। ਜਿਸ ਵਕਤ ਲਾਲਾ ਦੌਲਤ ਰਾਏ ਨੇ ਗੱਲ ਕਹੀ ਨਾ, ਬੜੀ ਕਮਾਲ ਦੀ ਕਹੀ। ਉਹ ਕਹਿੰਦਾ ਹਿੰਦੁਸਤਾਨ ਦੇ ਗੁਲਾਮ ਬਣਨ ਦਾ ਕਾਰਨ ਕੀ ਸੀ? ਉਹ ਕਹਿੰਦਾ ਹੈ ਕਿਉਂਕਿ ਇਨਕਾ ਇਸ਼ਟ ਏਕ ਨਹੀਂ ਥਾ।
मैं केवल संखेप की बेनती करन लगा। वो कहता कोई राम का पुजारी था, कोई कृष्ण का पुजारी था, कोई लक्ष्मण का पुजारी था, कोई किस का पुजारी था, कोई किस देवता को पूजता था। जब इष्ट एक नहीं था तो सोच एक कैसी हो सकती थी। जो इष्ट ही एक नहीं सी किसी का। इत्थों तक उन्हें लिखिया देवतियां दे अंदर आपस में लड़ाई झगड़ा सी ते आम मनुखां दी गल की करिए। ਜਦੋਂ ਦੇਵਤਿਆਂ ਨੂੰ ਲੋਕਾਂ ਨੇ ਮਸ਼ ਕਸ਼ ਦੇ ਅੰਦਰ ਉਤਾਰ ਦਿੱਤਾ, ਇੰਨਾ ਉਹਨਾਂ ਦੇ ਨਾਲ ਅਨਿਆਏ ਕੀਤਾ, ਇੱਥੋਂ ਤੱਕ ਨਰਸਿੰਘ ਰੂਪ ਦੇ ਅੰਦਰ ਦਿਖਾ ਦਿੱਤਾ। ਤੇ ਕੀ ਕਵਾਂਗੇ ਵੀ ਪਰਮਾਤਮਾ ਇੱਕ ਸੀ। ਇਸੇ ਕਰਕੇ ਤੁਲਸੀਦਾਸ ਨੇ ਕਿਹਾ ਹੈ ਸਭ ਤੋਂ ਪਹਿਲਾਂ ਜੇ ਮਿੱਤਰਤਾ ਚਾਹੁੰਦੇ ਆ, ਜਿਹੜੀ ਮੈਂ ਬੇਨਤੀ ਕਰਨਾ ਚਾਹਣਾ ਉਸ ਵੱਲ ਖਿਆਲ ਕਰਨਾ। कहते ने जेकर मित्रता चाहिए 6 चीज़ां एक होनियां चाहिए। जे 6 चीज़ां एक नहीं तो लड़ाई झगड़े जरूर खड़े होणगे, पैणगे। जेकर इष्ट एक नहीं तो ख्याल करना लड़ाई जरूर पैगी। मैं अज दे हालात भी वेखदा, गुरु ने तो सानू एक धन गुरु ग्रंथ साहिब महाराज जी दे लड़ लाया सी ना, एक दे लड़ लाया सी। महापुरख तेरा होर कोई नहीं, महापुरख ते तेरा केवल एक है, जिस दे लड़ मैं तेनू ला के चलिया वां। जे तू अपने आप नू सिख घवाउणा है तो इस दा पल्ला कदे छड्डी ना। जे इस दा पल्ला छड्ड दिता तो तेरी हालत हो जाएगी। आपां जिस दिन नू मना रहे हैं भी कुछ दिन ऐसा ही है, इसकी अगे विचार करांगे, फिर इस दे उपर आपां चर्चा करांगे। पहलां आपां इस गल नू समझ लईए। वो कहता है कारण की है, इष्ट लोकां दा एक नहीं। 6 चीज़ां होनियां जरूरी ने। उस तो बाद उपासना का तरीका इक्को जिहा होना चाहिए है। उपासना करन दा तरीका अड नहीं होना चाहिए, हर बंदे दा इक्को जिहा होएगा। फिर कहता खाना भी इक्को जिहा होना चाहिए है, पीना भी इक्को जिहा होना चाहिए है, पहरान वस्त्र भी इक्को जिहे होने चाहिए ने। जिथे 6 चीज़ां आ गईयां उत्थे मित्रता हुंदी है। मालिक की बाणी ने बड़ा प्यारा मानो उसनू जवाब ही दिता है। प्यारे रब ने बड़े रूप बनाए ने, बड़े रंग बनाए ने, तरह तरह के मनुख बनाए ने, पर यह तो एक ऐसा इलाज दस दिता जिहड़ा अपने आप के अंदर ही रोग है। क्योंकि ये चीज़ां एक नहीं हो सकदियां। पर एक गल कह देवां, जिस दिन सारियां दा एक गुरु हो गया ना, सोच अपने आप एक हो जाएगी। खाण पाण के उत्ते फिर लड़ाई झगड़े नहीं रहणगे, क्योंकि साडी सोच का टकराव है। जिस दिन सोच एक हो गई उस दिन तमाम लड़ाई झगड़े खत्म हो जाएंगे। मैं देखदा भी जिन्होंने गुरु ने ऐसा उपदेश दिता ना, अज गुरुद्वारियां की भी हालत कुछ ऐसी है, खिमा कर देना। साध संगत किसी ने बड़ी प्यारी गल कही सी। वेखो ना, एक थां ते गुरुद्वारा होवे ते जिहड़ा बंदा किसी नाल झगड़ा कर लवे वो कहंदा भी सामने मैं गुरुद्वारा बनावांगा जगह लैके। ये किवें हो सकदा भी ना बनावा। आपस दे अंदर किसी विद्वान ने बड़ी कमाल दी पूछी। वो कहन लगा तुसीं जाणदे हो भी एक नोट दे उत्ते जिहड़े बुत बनाए हुंदे ने और किन्ने हुंदे ने, उन्हां दे किन्ने मूँह हुंदे ने। ते मैं सुभाविक कह दिता भी 3 हुंदे ने। कहन लगा 3 नहीं हुंदे, 4 हुंदे ने। ये गल वखरी है भी 3 नज़र आउंदे ने, चौथे दा उन्हां दे पिछे आ जिहड़ा नज़र नहीं आउंदा। कुछ अज हालात ऐसे बन चुके ने साध संगत, एक बंदे दा मूँह किसी होर पासे आ, एक किसी होर पासे नूं खिंचदा है, एक होर किसी पासे नूं। ये परिवार दीयां भी हालतां ने, साडे परिवारां दी भी ये हालत बन चुकी है भी एक दा मूँह किसी होर पासे नूं, एक दा किसी होर पासे नूं, एक दा किसी होर पासे नूं। जिस दे लड़ सानू सतगुरु दाते ने लाया सी, कारण ये वापर गया है उस दा लड़ असी छड्ड के होर आसरे भालन की कोशिशों के अंदर लगे हुए हैं। जिस वक्त चाणक्य दे नीति नू पढ़ो ना, कहते ने चाणक्य ना अपने बच्चों नू पढ़ाने वास्ते जा रहा सी। ध्यान देना गल वल साध संगत। जिस वक्त वो पढ़ान जा रहा सी, उहदी धोती जिहड़ी ना एक कंडियाली झाड़ी दे नाल अड़ गई ते उहदे नाल जिहड़ा इंसान सी उन्हें एकदम ना खिंच के उहनूं लाहण दी कोशिश की। उन्हें क्या रहण दे, रुख नूं पुट्टण लगा भी ये फिर अड़ेगी। वो कहण लगा रहण दे। अगले दिन आया, उन्हें क्या पानी मंगाओ, पानी पाया उहदियां जड़ां नूं ते उसनूं उस टाणी नूं हिलाना कीता, उस झाड़ी नूं हिलाना कीता।
अगले दिन फिर आया, उन्हें फिर पानी पाया, फिर उन्होंने जड़ों हिलाना किया। 4-5 दिन तक वो हिलांदा रहा। तो जिस दिन हुण उन्हें जोर लाया, बस वो सारी जड़ समेत वो जिहड़ी कंडियाली झाड़ी सी वो बाहर आ गई। ਉਹਦੇ ਨਾਲ ਜਿਹੜਾ सेवक ਸੀ ਉਹ ਕਹਿਣ ਲੱਗਾ भी ये तो आप पहले दिन भी कर सकते सां, भी जे ये कंडियाली झाड़ी नूं पुੱਟਣਾ ही सी तो पहले दिन भी पुੱਟ सकते सां। इन्ने दिन पानी पाण दे पिछे जे पुੱਟਣਾ ही सी, अज पुੱਟੀ गई, पहले दिन भी पुੱਟੀ जा सकती सी। चाणकिया ने बड़ी कमाल की गल कही। वो कहन लगा भी मूर्खता ना करे, दे पिछे कारण पता ही की है? वो पुछदा दसो की है? कारण ये पिछे यह आ भी पहले दिन इहदियां जड़ां बड़ियां मजबूत सन, बड़ियां धरती दे अंदर डूंघियां डूंघाई दे अंदर जा चुकियां सन। पानी इस करके पाया गया, बार बार हिलाया गया भी इहदियां जड़ां कमज़ोर कीतियां जाण, तां इस कंडियाली झाड़ी नूं पुੱਟਿਆ जा सकदा। इहदियां जड़ां कमज़ोर करदियां करदियां हुण इन्ने धरती की पकड़ नूं छड्ड दिता ते मैं सह सुभाई इहनूं पुੱਟ के बाहर सुੱਟ दिता। वो कुछ ऐसे हालात साडे नाल नहीं वापर रहे। जिस वक्त आरे चले गुरसिखां दे शरीर उत्ते इन्ने मजबूत सन, वो अंदरों गुरु नाल इन्ने को जुड़े हुए सन, कोई परवाह नहीं। इत्थों तक मैनू ने वाढियां ला दित्तियां, इत्थों तक कह दिता मैनू साडी दातरी असी मैनू दे सोए, ज्यों ज्यों सानू वढ़दा असीं दून सवाणे होए, होर वधदे गए, होर वधदे गए। ये कह लीए भी मैं एक होर उदाहरण देवां, पिंडां दे अंदर तुसीं आम तौर पर बरसीन देखी है ना, तो बरसीन का एक बीज थोड़ा पाया जाता है, पर जदों वो पुंगर के सामने आउंदी है दातरी दे नाल उहनूं उतरों वड्ढीए ना तो होर फैलना शुरू हो जाती है। कोई ऐसे ही जिक्र किया है उस फसल का जिसनूं क्या मैनू साडी दातरी असी मैनू दे सोए, असी सोयां दी फसल दे न्याई हाँ। बड़ी वार मैनू वर्गियां ने वाढियां लाइयां, पर वो वाढियां साडियां जड़ां नूं हिला ना सकियां, होर प्रफुल्लत होके असी वधे फुल्ले। पर जिहड़ी चाणकिया नीति है ना, वो बड़ी कमाल दी, वो जड़ां दे अंदर जड़ां नूं हिलाना शुरू कर दिता। जड़ां नूं हिलाना की है गुरु प्यार वालिओ? जड़ां नूं हिलाना यह आ भी जिहड़ा काम ब्राह्मण उस वक्त इस सोच नाल ना कर सकिया, जिहड़ा लोग वाढियां पा के सिੱਖੀ नूं उजाड़ ना सके, उन्होंने कहा भी सिੱਖੀ दीआं जड़ां विच बह जाओ, इहनूं अंदरों खोखला कर देवे, इहनूं रोज़ हिला के देखो। वेखो दुध उदों जमदा है साध संगत जदों दुध विच थिरता होवे, जाग भावें नित लाई, क्योंकि स्वाणी नूं पता है दुध उस वक्त जमेगा जिस वक्त दुध नूं थिरता मिलेगी। ये कह लीए भी असी बीज पाया होवे ते बीज नूं रोज़ पुੱਟ के देखी जाइए, वो बीज पुंगर के सामने नहीं आएगा। ये कह लीए भी बीज पुंगर भी जावे, छोटा जा पौधा निकले बाहर, तो फिर असी उनकी जड़ां नूं रोज़ हिला के देखीए तो वो एक दिन रुख नहीं बन सकता, क्योंकि उहदियां जड़ां कमज़ोर कीतियां जा रहीआं ने। कुछ ऐसियां जड़ां सिੱਖੀ ਦੀਆਂ कमज़ोर कीतियां गईआं ने, कुछ ऐसे हालात बनाए गए ने। उन्हां हालातां दे जरिए ਜਿਹੜੀਆਂ ਗੱਲਾਂ ब्राह्मण ने कहा सी ना भी ये दिन पवित्र ने, ते गुरु ने कहा सी महा दिवस मुहूर्त भले जिसको नदर करे, नानक मंगै दर्श दान कृपा करो हरे। महाराज ने कहा सी भी सारे दिन ही चंगे ने, कोई माड़ा दिन नहीं, सारे दिन पवित्र ने। उन्हें क्या इस तरीके नाल ही मनण वाले वाढियां ते बड़ियां पा के दूजिਆਂ ने देख लियां, हुण इन्हां ਦੀਆਂ जड़ां खोखलियां करो। पहला ब्राह्मण उस रूप के अंदर सी तिलक लाण वाला, अज पग्गां वाले भी बहुते ब्राह्मण तुरे फिरते हैं। उन्होंने इन्ना को कमज़ोर कर दिता सिੱਖੀ नूं, इन्ना को जड़ां दे अंदर बह गए। उन्होंने कह दिता भी आ दिन चंगे ने, माघ के महीने विच दान करोगे ना बहुता ज़्यादा प्रफुल्लत होएगा। तो कुछ ऐसा ही किया गया। अज पिंडां दे विच जाके देख लो, इस महीने के अंदर पकौड़ियां का भी प्रशाद, वो कहते प्रशाद वरताइए पकौड़ियां का, चाह दे लंगर ला दीए। अज दे दिन दान बहुता करिए, क्यों करिए? क्योंकि माघ दे महीने विच कीता होया दान बहुता फैलदा है। माघ दे महीने विच कीता होया इशनान जिंदगी सवार दिंदा है। हुण गुरबाणी दे इन्हां अमृत बचनां नूं की करांगे? हिरदै कपट मुख ज्ञानी, झूठे कहाँ बिलोवस पानी, काया मांजस कवन गुना, जो घट भीतर है मलना,
लौकी 68 तीर्थ नहाई, कौरापन तऊ ना जाई। महाराज ने क्या बाबा कबीर साहब जी दरसां ते बैठ के। सतगुरु दाता जी कहते ने हिरदे च ते कपट मुख तो ज्ञानी बनता है। पानी दे अंदर रेड़का पा के कहना है भी पानी तो मैनू मक्खन हासिल हो जाएगा। ये इशनान बाहरी इशनान कैसा है? बाहरी इशनान देखो दो चीज़ां ने गुरु प्यार वालिओ, दोनों नूं निखेड़ के करना फैसला बहुत जरूरी है। दो चीज़ां किहड़ियां ने? एक तो है तन नूं धोना ते एक है मन की सफाई। मन की सुचमता दे नाल संबंध है, तन नूं सफाई दे नाल संबंध है। जदों असीं दोनों चीज़ां नूं रला देवांगे ना तो बड़ा वड्डा भुलेखा खा जावांगे। वेखो कपड़ा मैला हो जाए ना साध संगत, भावें जिन्ना मर्जी पाठ कर लवो, जे कपड़ा मैला हो जाए, उज्जल कपड़ा मैला हो जाए, भावें सिमरत का पाठ कर लवो, वेद का पाठ कर लवो, कोई भी धार्मिक ग्रंथ का पाठ कर देवो, मैनू खिमा कर देना, साहिब श्री गुरु ग्रंथ साहिब महाराज जी की पावन बाणी का भी पाठ कर लवो, पर जिहड़ा कपड़ा मैला ने उन्हें साफ नहीं होना। इत्थों तक कि जिहड़े धार्मिक ग्रंथां नूं दी संभाल की जाती है कपड़ियां दे अंदर, वो भी तो मैले हो जाते हैं। ध्यान देना, क्योंकि वह संबंध बाणी नाल नहीं। जे कपड़ा मैला हो जाए ना, जिन्नी मर्जी बाणी पढ़ लवो, वह संबंध बाणी नाल नहीं है, वह संबंध पानी नाल ते साबन नाल है। जेकर ऐसा हो जाए, गुरु नानक साहब महाराज जी कहते ने, भरिया हाथ पैर तन दे, पानी धोता उतर सिखे, मूत पलीती कपड़ होए, दे साबुन लइया ओ धोए, भरिया मत पापां कै संग, ओ धोपै नावै कै रंग। स्पष्ट कह दिता महाराज ने तो बाणी दे अंदर। साहब कहते ने ये गल तो स्पष्ट रूप नाल समझ ला भी जिहड़ा कपड़ा मैला हो जाए वह बाणी नाल नहीं धुपना, वो तो पानी ते साबुन दे समेल दे नाल धुपना है। पर जे मत मैली हो जाए, पापां दे नाल भर जाए, तो जिमें कपड़ा तू कहा सी मैं पानी नाल धो लवां, साबन दे समेल नाल धो देवां, ऐसा नहीं हो सकता। मत तेरी इन्हां दे समेल दे नाल धुप जाए, वो किवें धुपेगी? वो बाणी नाल जुड़ेगा तां धुपेगी। भावें जिन्ने मर्जी ठाठ तीर्थां उत्ते इशनान करिया, जिथे मर्जी जाके तन नूं धोई जा, तन दे धोण दे नाल मन दे नाल इहदा कोई संबंध नहीं रहना। माघ मजन संग साधुआं, मजन किथे करना है, इशनान किथे करना है? तू साध संगत अंदर आन के। सरोवर ऐसा तेनू मालिक ने बख्शिश किया है, रामदास सरोवर नहाते सब उतरे पाप कमाते, निर्मल होए कर इशनाना, गुरपूरे किने दाना। ये ऐसा सरोवर है जो तेनू गुरु पातशाह ने बख्शिश किया है, ते जिस दिन इस सरोवर के अंदर इशनान करेगा तेरा मन निर्मल होएगा। क्योंकि तन का संबंध जिहड़ा है वो पानी नाल धो के ठीक होएगा, सफाई होएगी। क्योंकि तन की एक खूबी यह आ प्यार वालिओ, बाणी ने तो इत्थों तक किया है तन उत्ते पाया होया कपड़ा मैला हुंदा है। इहदे पिछे कारण की है? करपूर पोहप सुगंधा परस मनुख्या देहंग मलीनंग। ये तो जिस दिन मनुख की देह नाल लगेगा मलीन होएगा ही होएगा, क्योंकि मनुख की देह एक मलीनता की प्रतीक है, इन्हें मैला होना है। पर जिहड़ा मन मैला हुंदा है, इहदे पिछे कारण धूड़ मिट्टी का नहीं, इहदे पिछे कारण है अख ते हथ का। ध्यान दे लेना। सियाणे लोग कहते ने, सिखा अख ते हथ नूं साफ रखी, रब तेनू कदे टोट नहीं आण देगा। उहदे दे पिछे मकसद की है? जिहड़े सियाणे लोग कहते ने, गल उन्होंने बड़ी कमाल दी कही है। वो कहते रब तेनू कदे टोट नहीं आण देगा, अख दे नाल माड़ा वेखी ना, हथ दे नाल माड़ा करी ना। अख दे नाल माड़ा वेखेगा, तेरी सोचनी दे विच गलत सोच जाएगी, तेरी मत पापां दे नाल भरनी शुरू हो जाएगी। हथ दे नाल माड़ा करेगा, दूजियां दा हक मारेगा, ये भी तेरे मन नूं मलीन करी जाएगा। तो इहदा संबंध ना सोच लवी भी किते तीर्थ उत्ते जाके कोई ये मैल उतरन वाली है, कोई ऐसा तीर्थ नहीं। महाराज ने क्या, अंतर मैल जे तीर्थ नहावै, तिस बैकुंठ ना जाना, लोकपति ने कछु ना होवै, ना ही राम आना। पूजो राम एक ही देवा, साचा नावन गुर की सेवा।
ਇਸ਼ਨਾਨ ਕਿਹੜਾ ਹੈ? ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਅੰਦਰ ਤੀਰਥ ਨੂੰ ਜਾਏਗਾ, ਅੰਦਰ ਤੀਰਥ ਨੂੰ ਸਮਝੇਗਾ, ਮਾਘ ਪੁਨੀਤ ਹੋ ਜਾਏਗੀ। ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਬਾਰੀ ਨਹੀਂ, ਬਾਰੀ ਇਸ਼ਨਾਨ ਨਹੀਂ, ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸਾਹਰਾ। ਹਉ ਨਾਮ ਹਰ ਕਾ ਸਦਾ ਜਾਚੋ, ਦੇਹੋ ਪ੍ਰਭ ਧਰਨੀ ਧਰਾ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਗੁਰ ਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮਜਨਾ। ਮਾਗ ਮਜਨ ਸੰਗ ਸਾਧੂਆਂ। ਇਹ ਹੈ ਇਸ਼ਨਾਨ ਗੁਰੂ ਵਾਕ ਨਾਲ, ਗੁਰੂ ਸ਼ਬਦ ਦੀ ਵਿਚਾਰ ਜਿਸ ਦਿਨ ਤੇਰੇ ਅੰਦਰ ਆਏਗੀ, ਤੇ ਵਿਚਾਰ ਜਿਸ ਦਿਨ ਅੰਦਰ ਆਏਗੀ ਉਸ ਦਿਨ ਕੀ ਹੋਏਗਾ? ਜਿਹੜੀ ਮਾੜੀ ਮੱਤ ਹੈ ਨਾ, ਪਾਪਾਂ ਨਾਲ ਭਰੀ ਹੋਈ ਮੱਤ, ਜਿਹਨੂੰ ਅਸੀਂ ਕਹਿੰਦੇ ਆ ਵੀ ਸ਼ਾਇਦ ਇਹ ਪਾਣੀ ਦੇ ਨਾਲ ਧੋਪ ਕੇ ਜਾਂ ਸਾਬਣ ਲਾ ਕੇ ਧੋ ਕੇ ਜਾਂ ਠਾਰ ਤੀਰਥਾਂ ਉੱਤੇ ਇਸ਼ਨਾਨ ਕਰਕੇ ਜਾਂ ਮਾਘ ਦੇ ਮਹੀਨੇ ਦੇ ਅੰਦਰ ਇਸ਼ਨਾਨ ਕਰਕੇ ਧੋਪ ਜਾਏਗੀ, ਨਹੀਂ ਧੋਪਣ ਵਾਲੀ ਹੈ। ਕਿਉਂ ਵਰਤਿਆ ਸਾਹਿਬ ਨੇ ਇਹ ਸ਼ਬਦ ਮਾਘ? ਮਾਘ ਦੇ ਰਾਹੀਂ ਉਪਦੇਸ਼ ਦਿੱਤਾ ਹੈ। ਵੇਖੋ ਮਹੀਨਾ ਆਰੰਭ ਹੋਵੇ ਨਾ, ਆਮ ਤੌਰ 'ਤੇ ਨਾ ਕਈ ਸਾਡੀਆਂ ਮਾਤਾਵਾਂ ਖਿਮਾ ਕਰਦੇ ਨਾ, ਉਹਨਾਂ ਦੀ ਸੋਚ ਪਤਾ ਜੀ ਕੈਸੀ ਹੁੰਦੀ। ਕੋਈ ਵੀ ਮਹੀਨਾ ਆਰੰਭ ਹੋਵੇ, ਉਹ ਕਹਿੰਦੇ ਨੇ ਭਾਈ ਸਾਹਿਬ ਤੋਂ ਸ਼ਬਦ ਸੁਣਨਾ ਹੈ, ਅਸੀਂ ਬੀਬੀ ਕੋਲ ਨਹੀਂ ਸੁਣਨਾ, ਕਿਸੇ ਭੈਣ ਕੋਲ ਨਹੀਂ ਸੁਣਨਾ। ਜੇ ਭਾਈ ਸਾਹਿਬ ਤੋਂ ਸੁਣਾਂਗੇ ਨਾ ਤਾਂ ਇਹ ਮਹੀਨਾ ਪਵਿੱਤਰ ਹੋਏਗਾ, ਤਾਂ ਮਹੀਨਾ ਪਵਿੱਤਰ ਆਰੰਭ ਹੋਏਗਾ। ਕੋਈ ਦਿਨ ਤੇ ਰਾਤ ਵੇਲੇ ਇਹ ਅਰਦਾਸ ਕਰਦਾ ਹੈ, ਮਹਾਰਾਜ ਕਿਰਪਾ ਕਰਨੀ ਸੁੱਖਾਂ ਦੇ ਨਾਲ 4 ਪਹਿਰ ਨੂੰ ਬਤੀਤ ਕਰਨਾ ਦਿਨ ਦਾ, ਤੇ 4 ਪਹਿਰ ਰਹਿਣ ਵੀ ਸੁੱਖਾਂ ਨਾਲ ਬਤੀਤ ਕਰਨੀ। ਇਹ ਅਰਦਾਸਾਂ ਕਰਦੇ ਹਾਂ। ਮਹੀਨਾ ਆਰੰਭ ਹੁੰਦਾ ਉਦੋਂ ਵੀ ਸਾਡੀ ਅਰਦਾਸ ਹੁੰਦੀ ਹੈ, ਮਹਾਰਾਜ ਅੱਜ ਗੁਰਦੁਆਰੇ ਆਏ ਆ, ਸਾਰਾ ਸਾਲ ਕਿਰਪਾ, ਸਾਰਾ ਮਹੀਨਾ ਕਿਰਪਾ ਬਣੀ ਰਵੇ। ਜਦੋਂ ਸਾਲ ਆਰੰਭ ਹੁੰਦਾ ਜਕਾਰੇ ਛੱਡਣੇ ਸ਼ੁਰੂ ਕਰ ਦਿੰਦੇ ਨੇ, 12 ਵਜੇ ਨਹੀਂ ਕਿਤੇ ਕੀ। ਵੈਸੇ ਜਿਹੜੇ ਸਾਲ ਦੀ ਆਰੰਭਤਾ ਹੈ ਨਾ ਸਾਧ ਸੰਗਤ, ਜੇ ਆਪਣੇ ਹਿਸਾਬ ਨਾਲ ਦੇਖੀਏ ਤੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਕਿਸ ਸਾਲ ਦੀ ਆਰੰਭਤਾ ਹੈ, ਕਿਦੋਂ ਸਾਲ ਦੀ ਆਰੰਭਤਾ ਹੁੰਦੀ, ਪਰ ਸਿੱਖ ਮਨਾਈ ਜਾ ਰਹੇ ਨੇ ਇਸ ਦਿਨ। ਕਿਉਂਕਿ ਅਸੀਂ ਸੂਰਜ ਦੇ ਪੁਜਾਰੀ ਹੋ ਚੁੱਕੇ ਹਾਂ, ਅਸੀਂ ਤਿੱਤਾਂ ਵਾਰਾਂ ਦੇ ਪੁਜਾਰੀ ਹੋ ਚੁੱਕੇ ਹਾਂ। ਤੇ ਕਈ ਲੋਕਾਂ ਦੀ ਐਸੀ ਵੀ ਸੋਚ ਹੈ, ਉਹ ਕਹਿੰਦੇ ਨੇ ਵੀ ਆਹ ਜਿਹੜਾ ਮਹੀਨਾ ਆਰੰਭ ਹੋਣ ਲੱਗਾ ਹੈ ਨਾ, ਇਸ ਦਿਨ ਕਿਸੇ ਨੂੰ ਕੁਝ ਨਹੀਂ ਦੇਣਾ, ਜੇਕਰ ਬਿਮਾਰ ਹਾਂ ਤਾਂ ਟੀਕਾ ਵੀ ਨਹੀਂ ਲਵਾਉਣਾ। ਕਿਉਂ ਭਾਈ? ਕਿਉਂਕਿ ਜੇ ਪਹਿਲੇ ਦਿਨ ਟੀਕਾ ਲਵਾ ਲਿਆ ਨਾ ਡਾਕਟਰ ਕੋਲ ਜਾ ਕੇ, ਦਵਾਈ ਖਾ ਲਈ, ਤੇ ਸਾਰਾ ਮਹੀਨਾ ਹੀ ਖਾਣੀ ਪਏਗੀ, ਸਾਰਾ ਮਹੀਨਾ ਹੀ ਐਸਾ ਕੁਝ ਹੋਏਗਾ। ਤੇ ਜੇਕਰ ਇਸ ਦਿਨ ਆਪਾਂ ਕਿਸੇ ਨੂੰ ਕੁਝ ਪੈਸੇ ਦੇ ਦਿੱਤੇ ਨਾ, ਸਾਰੇ ਮਹੀਨੇ ਦੇਣੇ ਪੈਣਗੇ। ਇਸ ਲਈ ਇਸ ਮਹੀਨੇ ਦੇ ਆਰੰਭ ਹੋਣ ਤੋਂ ਪਹਿਲਾਂ ਰਾਤ ਨੂੰ ਜਾ ਕੇ ਜੇ ਕਿਸੇ ਨੂੰ ਪੈਸੇ ਦੇਣੇ ਨੇ, ਰਾਤ ਨੂੰ ਹੀ ਦੇ ਆਈਏ। ਜੇ ਕਿਸੇ ਕਰਿਆਨੇ ਵਾਲੇ ਵੀਰ ਨੂੰ ਦੇਣੇ ਨੇ ਜਾਂ ਕਿਸੇ ਹੋਰ ਕੋਲ ਉਧਾਰ ਲਿਆਏ, ਕਦੇ ਕੱਲ੍ਹ ਨੂੰ ਨਾ ਮੰਗਣ ਵਾਸਤੇ ਆ ਜਾਏ, ਸਾਰਾ ਮਹੀਨਾ ਹੀ ਫਿਰ ਮੰਗਣ ਵਾਲੇ ਲੋਕ ਖੜੇ ਹੋਣਗੇ। ਇਸ ਲਈ ਪਹਿਲਾਂ ਹੀ ਨਿਬੇੜ ਦਈਏ, ਪਹਿਲਾਂ ਹੀ ਦੇ ਦਈਏ, ਐਸੀ ਸੋਚ ਹੈ। ਹੁਣ ਇੱਕ ਗੱਲ ਮੈਨੂੰ ਜਵਾਬ ਦੇਣਾ ਸਾਧ ਸੰਗਤ, ਅੱਜ ਦੇ ਦਿਨ ਜਿਹੜੇ ਗੁਰਦੁਆਰੇ ਆ ਗਏ ਨੇ ਭਾਗਾ ਵਾਲੇ ਨੇ ਨਾ, ਚਲੋ ਮਹਾਰਾਜ ਦੀ ਕਿਰਪਾ ਹੋਈ ਵੀ ਅੱਜ ਦੇ ਦਿਨ ਉਹ ਗੁਰਦੁਆਰੇ ਤਮਾਮ ਪਿੰਡਾਂ ਦੇ ਅੰਦਰ ਵੀ ਸ਼ਹਿਰਾਂ ਦੇ ਅੰਦਰ ਵੀ ਜਦੋਂ ਦਿਨ ਆਰੰਭ ਹੁੰਦਾ ਹੈ, ਸੰਗਤਾਂ ਗੁਰਦੁਆਰਿਆਂ ਦੇ ਅੰਦਰ ਪਹੁੰਚਦੀਆਂ ਨੇ, ਭਾਗਾਂ ਵਾਲੀਆਂ ਨੇ ਪਹੁੰਚਣਾ ਚਾਹੀਦਾ ਹੈ। ਪਰ ਜੇਕਰ ਹੁਣ ਸਵਾਲ ਦਾ ਜਵਾਬ ਦੇਣਾ, ਅੱਜ ਦੇ ਦਿਨ ਜਿਹੜੇ ਗੁਰਦੁਆਰੇ ਆ ਗਏ ਨੇ ਉਹ ਪੂਰੇ ਮਹੀਨੇ ਗੁਰਦੁਆਰੇ ਆਉਂਦੇ ਨੇ? ਜਵਾਬ ਦਿਓ ਨਾ, ਪੂਰੇ ਮਹੀਨੇ ਗੁਰਦੁਆਰੇ ਆਉਂਦੇ ਨੇ? ਨਹੀਂ, ਕਿਉਂਕਿ ਸੋਚ ਸਾਡੀ ਇਹ ਬਣਾਈ ਗਈ ਹੈ ਜਿਸ ਦਿਨ ਮਹੀਨਾ ਆਰੰਭ ਹੋਣਾ ਹੈ ਉਸ ਦਿਨ ਗੁਰਦੁਆਰੇ ਚਲੇ ਜਾਈਏ, ਦਿਨ ਜਿਹੜੇ ਨੇ ਪੂਰਾ ਮਹੀਨਾ ਚੰਗਾ ਬਤੀਤ ਹੋਏਗਾ। ਜੇਕਰ ਸਾਲ ਦੀ ਆਰੰਭਤਾ ਗੁਰਦੁਆਰੇ ਦੇ ਅੰਦਰ ਆਣ ਕੇ ਕਰ ਲਈ, ਧਾਰਮਿਕ ਸਥਾਨ ਤੇ ਕਿਤੇ ਤੇ ਕਰ ਲਈ, ਪੂਰਾ ਸਾਲ ਚੰਗਾ ਨਿਕਲੇਗਾ। ਖਿਮਾ ਕਰ ਦੇਣਾ, ਇੱਥੇ ਸੁੱਖ ਮੰਗਣ ਦੇ ਨਾਲ ਸੁੱਖ ਨਹੀਂ ਜੇ ਮਿਲਣ ਵਾਲੇ, ਕੁਝ ਕਰਨ ਦੇ ਨਾਲ ਸੁੱਖ ਮਿਲਣ ਵਾਲੇ ਨੇ। ਮੰਗੀ ਜਾਓ, ਜਿੰਨੀ ਮਰਜ਼ੀ ਮੰਗੀ ਜਾਓ, ਜਿੰਨੀਆਂ ਮਰਜ਼ੀ ਮੰਗਾ ਮੰਗੀ ਜਾਓ, ਕਰਨਾ ਪਏਗਾ। ਤੇ ਕਰਨਾ ਕੀ ਪਏਗਾ? ਮਹਾਰਾਜ ਜੀ ਕਹਿੰਦੇ ਨੇ ਅੰਦਰ ਇਸ਼ਨਾਨ ਕਰਨਾ ਪਏਗਾ। ਤੇ ਉਹ ਕਿਹੜਾ ਇਸ਼ਨਾਨ ਹੈ? ਗੁਰੂ ਸ਼ਬਦ ਦੇ ਤੋਂ ਗਿਆਨ ਲੈਣਾ ਪਏਗਾ। ਜਿਸ ਦਿਨ ਗੁਰੂ ਸ਼ਬਦ ਤੋਂ ਗਿਆਨ ਲਓਗੇ, ਜਿਨ੍ਹਾਂ ਦੀ ਗੱਲ ਤੁਸੀਂ ਕਰ ਰਹੇ ਹੋ ਨਾ, ਉਹ ਤੇ ਆਪ ਰੋਗੀ ਨੇ, ਸੰਸਾਰ ਰੋਗੀ, ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਉਹ ਤੇ ਮੈਲ ਲੱਗਣ ਵਾਲੀ ਗੱਲ ਹੈ ਨਾ। ਜਿਹੜੇ ਲੋਕ ਐਸਾ ਇਸ਼ਨਾਨ ਕਰਨ ਦੀ ਪ੍ਰੇਰਨਾ ਦਿੰਦੇ ਨੇ, ਜਿਹੜਾ ਇਸ ਇਸ਼ਨਾਨ ਕਰਨ ਵਾਸਤੇ ਕਹਿੰਦੇ ਨੇ, ਆ ਮੈਂ ਤੈਨੂੰ ਦੱਸ ਦੇਵਾਂ ਹੁਣ ਕਿੱਥੇ ਆਣ ਕੇ ਇਸ਼ਨਾਨ ਕਰਨਾ ਹੈ, ਉਹ ਹੈ ਸਾਧ ਸੰਗਤ ਰੂਪੀ ਸਰੋਵਰ ਦੇ ਅੰਦਰ। ਤੇ ਜਦੋਂ ਇਸ ਸਰੋਵਰ ਦੇ ਅੰਦਰ ਆਣ ਕੇ ਇਸ਼ਨਾਨ ਕਰੇਗਾ, ਅੱਜ ਦੇ ਸ਼ਬਦ ਦੇ ਨਾਲ ਫਿਰ ਜੁੜੀਏ। ਮਹਾਰਾਜ ਜੀ ਅੱਜ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨਾਂ ਦੇ ਰਾਹੀਂ ਸਤਿਗੁਰੂ ਦਾਤਾ ਜੀ ਕੈਸਾ ਪੈਗਾਮ ਦੇ ਰਹੇ ਨੇ,
ਕੀ ਕੁਝ ਸਾਨੂੰ ਸਮਝਾ ਰਹੇ ਨੇ ਵੀ ਦਿਨ ਕਿਹੜਾ ਚੰਗਾ ਹੈ ਜਾਂ ਦਿਨ ਕਿਹੜਾ ਮਾੜਾ ਹੈ। ਕਿਉਂਕਿ ਆਪਾਂ ਗੁਰੂ ਤੋਂ ਮੱਤ ਲੈਣੀ ਹੈ, ਕਿਸੇ ਨੇ ਆਪਣੀ ਮੱਤ ਦਾ ਕਦੇ ਵੀ ਇਸਤੇਮਾਲ ਨਹੀਂ ਕਰਨਾ। ਜੋ ਗੁਰੂ ਕਹੇਗਾ, ਕਿਉਂਕਿ ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚਾਲਹਿ ਗੁਰ ਚਾਲੀ, ਸਤਿਗੁਰੂ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੂ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਹਿੰਦਾ ਉਹਨੂੰ ਸੱਤ ਕਰਕੇ ਮੰਨ ਲਓ, ਭਾਵੇਂ ਕੋਈ ਕਹੀ। ਮੈਂ ਕਹਾਂ ਮੇਰੀ ਗੱਲ ਤੇ ਕਦੇ ਨਾ ਯਕੀਨ ਕਰਨਾ, ਕਿਉਂਕਿ ਮੈਂ ਤੇ ਭੁੱਲਣਹਾਰ ਇਨਸਾਨ ਹਾਂ, ਮੇਰੀ ਗੱਲ ਤੇ ਕਦੇ ਵਿਸ਼ਵਾਸ ਨਾ ਕਰਨਾ। ਜੇਕਰ ਮੈਂ ਗੁਰੂ ਦੀ ਗੱਲ ਕਹਿਣਾ ਤਾਂ ਵਿਸ਼ਵਾਸ ਕਰਨਾ, ਕਿਉਂਕਿ ਅਸੀਂ ਤੇ ਆਪ ਭੁੱਲਣਹਾਰ ਜੀਵ ਹਾਂ ਨਾ, ਕਿਸੇ ਦੀ ਗੱਲ ਤੇ ਵਿਸ਼ਵਾਸ ਨਾ ਕਰਨਾ। ਹਾਂ, ਇਹ ਗੱਲ ਦੇਖ ਲੈਣਾ ਵੀ ਜਿਹੜਾ ਇਨਸਾਨ ਕਹਿ ਰਿਹਾ ਕਿ ਉਹ ਗੁਰੂ ਦੀ ਮੱਤ ਹੈ, ਗੁਰਮਤ ਤੇ ਦੁਰਮਤ ਦੀ ਪਹਿਚਾਣ ਕਰਕੇ ਫਿਰ ਉਸ ਮੱਤ ਨੂੰ ਗ੍ਰਹਿਣ ਕਰਨਾ। ਜੇ ਉਹ ਗੁਰੂ ਦੀ ਮੱਤ ਹੈ ਤਾਂ ਧਾਰਨ ਕਰਨਾ। ਅੱਜ ਦੇ ਸ਼ਬਦ ਦੇ ਨਾਲ ਫਿਰ ਜੁੜੀਏ। ਮਹਾਰਾਜ ਕੀ ਕਹਿ ਰਹੇ ਨੇ, ਕੀ ਸਮਝਾ ਰਹੇ ਨੇ? ਸਤਿਗੁਰੂ ਦਾਤਾ ਜੀ ਸਮਝਾ ਰਹੇ ਨੇ, ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਧੂੜੀ ਦਾ ਇਸ਼ਨਾਨ ਕੀ ਹੈ? ਕਈ ਵਾਰੀ ਖਿਮਾ ਕਰ ਦੇਣਾ, ਅਸੀਂ ਸੋਚਦੇ ਹਾਂ ਵੀ ਬਾਹਰ ਜਿਹੜੀ ਧੂੜ ਹੈ ਨਾ, ਉਸ ਨੂੰ ਲੈ ਕੇ ਅਸੀਂ ਬਸ ਇਹੀ ਮੱਥੇ ਨੂੰ ਲਾ ਕੇ ਬਸ ਸਾਡਾ ਤੇ ਜੀਵਨ ਸਫਲਾ ਹੋ ਗਿਆ। ਠੀਕ ਹੈ, ਮਾਲਕ ਨੇ ਕਿਹਾ ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਐ, ਕੂੜਾ ਲਾਲਚ ਛੱਡੀਐ। ਕੀ ਕਿਹਾ? ਦੇਖੋ, ਮਿਲੇ ਤਾਂ ਮਸਤਕ ਲਾ, ਪਰ ਕੀ ਸੰਗਤ ਅੰਦਰ ਆਣ ਕੇ ਨਿਮਰਤਾ ਸਹਿਤ ਉਸ ਗੱਲ ਨੂੰ ਆਪਣੇ ਹਿਰਦੇ ਵਿੱਚ ਵਸਾ, ਕਿਉਂਕਿ ਬਾਕੀ ਤਾਂ ਸਾਰਾ ਕੂੜਾ ਲਾਲਚ ਹੈ। ਇਹ ਲਾਲਚ ਨੂੰ ਛੱਡਣਾ ਕਰ। ਖਾਕ ਦਾ ਅਰਥ ਇਹ ਆ ਨਿਮਰਤਾ ਆ ਜਾਣੀ ਜੀਵਨ ਦੇ ਅੰਦਰ, ਕਿਉਂਕਿ ਗੁਰਬਾਣੀ ਦੇ ਅੰਦਰ ਮਾਲਕ ਨੇ ਥਾਂ ਥਾਂ ਤੇ ਐਸਾ ਜ਼ਿਕਰ ਕੀਤਾ ਹੈ, ਜੋ ਦਿਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਉਹ ਸਿੱਖ ਮੈਂ ਨਿਮਰਤਾ ਸਤ, ਜੇ ਗੁਰੂ ਨਿਮਰਤਾ ਮੰਗ ਰਿਹਾ ਨਾ, ਇੱਕ ਨਿਮਰਤਾ ਦਾ ਪ੍ਰਤੀਕ ਹੈ ਖਾਕ, ਹੋਰ ਕੋਈ ਐਸਾ ਨਹੀਂ। ਕਈ ਸੱਜਣ ਕੀ ਕਰਦੇ ਨੇ, ਖਿਮਾ ਕਰ ਦੇਣਾ, ਵੀ ਗੁਰਦੁਆਰੇ ਆਣ ਕੇ ਜਿੱਥੇ ਜੋੜੇ ਨੇ ਨਾ, ਵੇਖੋ ਇਹ ਇੱਕ ਨਿਮਰਤਾ ਦਾ ਪ੍ਰਤੀਕ ਠੀਕ ਹੈ, ਪਰ ਉਹਨਾਂ ਜੋੜਿਆਂ ਦੀ ਧੂੜ ਲਿਜਾ ਕੇ ਆਪਣੇ ਲੰਗਰ ਦੇ ਅੰਦਰ ਘਰ ਪਾ ਲੈਣੀ, ਆਪਣੇ ਬੱਚਿਆਂ ਨੂੰ ਧੂੜ ਛਕਾਣੀ, ਐਸਾ ਕੋਈ ਗੁਰੂ ਨੇ ਮੂਰਖਤਾ ਵਾਲਾ ਪੈਗਾਮ ਨਹੀਂ ਦਿੱਤਾ। ਗੁਰੂ ਨੇ ਤੇ ਇੱਕ ਨਿਮਰਤਾ ਦਾ ਪ੍ਰਤੀਕ ਦੱਸਿਆ ਹੈ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀਗਤ ਪਾਹੇ। ਗੁਰਸਿੱਖਾਂ ਦੀ ਧੂੜ ਕਿਉਂ? ਕਿਉਂਕਿ ਉਹ ਇੱਕ ਐਸਾ ਮਾਰਗ ਹੈ ਜਿਸ ਮਾਰਗ ਦੇ ਉੱਤੇ ਉਹ ਚੱਲੇ ਨੇ। ਹੁਣ ਇਸ ਦਾ ਮਤਲਬ ਅਸੀਂ ਉਹ ਧੂੜ ਨੂੰ ਲੈ ਕੇ ਨਹੀਂ, ਉਹਨਾਂ ਦਾ ਉਪਦੇਸ਼ ਧਾਰਨ ਕਰਨਾ ਹੈ, ਉਸ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਐਸਾ ਜ਼ਿਕਰ ਕੀਤਾ ਹੈ, ਕਿਉਂਕਿ ਉਸ ਮਾਰਗ ਦੇ ਉੱਤੇ ਗੁਰਸਿੱਖ ਚੱਲੇ ਨੇ, ਉਸ ਮਾਰਗ ਦੇ ਉੱਤੇ ਜਿੱਥੇ ਗੁਰੂ ਸਿੱਖ ਜਿਨ੍ਹਾਂ ਰਾਹਾਂ ਉੱਤੇ ਤੁਰੇ ਨੇ, ਉਹਨਾਂ ਰਾਹਾਂ ਉੱਤੇ ਅਸੀਂ ਚੱਲਣ ਦੀ ਕੋਸ਼ਿਸ਼ ਕਰਨੀ ਹੈ, ਉਹਨਾਂ ਰਾਹਾਂ ਉੱਤੇ ਤੁਰਨ ਦੀ ਕੋਸ਼ਿਸ਼ ਕਰਨੀ ਹੈ। ਹੁਣ ਜਿਹੜਾ ਸਿੱਖ ਗੁਰਦੁਆਰੇ ਆਉਂਦਾ ਹੋਵੇ, ਧੂੜ ਵੀ ਲਿਜਾਉਂਦਾ ਹੋਵੇ, ਗੁਰੂ ਦੀ ਗੱਲ ਕੋਈ ਨਾ ਮੰਨਦਾ ਹੋਵੇ, ਕੀ ਕਹੋਗੇ ਉਹਨੂੰ? ਉਹਨੂੰ ਇਹ ਕਹਾਂਗੇ ਵੀ ਇਹ ਕੋਈ ਗੁਰੂ ਦੀ ਮੱਤ ਧਾਰਨ ਕਰ ਲਈਏ, ਇਹ ਗੁਰੂ ਵਾਲਾ ਬਣ ਗਿਆ ਹੈ। ਇੱਥੇ ਧੂੜ ਦਾ ਅਰਥ ਹੈ ਨਿਮਰਤਾ ਦਾ ਪ੍ਰਤੀਕ, ਕਿਉਂਕਿ ਹੰਕਾਰ ਹੈ ਨਾ, ਜਿਹੜਾ ਹੰਕਾਰ ਇੱਕ ਦੀਵਾਰ ਹੈ। ਰੱਬ ਤੇ ਇਨਸਾਨ ਦੇ ਅੰਦਰ ਇੱਕ ਦੀਵਾਰ ਖੜੀ ਹੈ, ਜਿਹੜੀ ਹੈ ਹੰਕਾਰ ਦੀ। ਮੈਂ ਕੀ ਨਦਰ ਨਾ ਆਵਈ ਵਸੇ ਹੰਬੀਆ ਨਾਲ, ਤਿੱਖਾ ਤਿਹਾਇਆ ਕਿਉਂ ਲਹਿ ਜਾਂ ਸਰ ਭੀਤਰ ਪਾਲ। ਅੰਦਰ ਤੇਰੇ ਸਰੋਵਰ ਭਰਿਆ ਹੈ, ਪਰ ਕਿਉਂ ਤਿਹਾਇਆ ਮਾਰਦਾ ਹੈ? ਇਹਦੇ ਪਿੱਛੇ ਕਾਰਨ ਕੀ ਹੈ? ਇੱਕ ਦੀਵਾਰ ਖੜੀ ਹੈ ਤੇਰੇ ਤੇ ਰੱਬ ਦੇ ਵਿਚਕਾਰ। ਉਹ ਦੀਵਾਰ ਹੈ ਤੇਰੀ ਹਉਮੈ ਦੀ, ਤੇਰੇ ਹੰਕਾਰ ਦੀ ਦੀਵਾਰ। ਤੇ ਜਿੰਨੀ ਦੇਰ ਤੱਕ ਇਹ ਦੀਵਾਰ ਨਹੀਂ ਟੁੱਟਣ ਵਾਲੀ, ਉਨੀ ਦੇਰ ਤੱਕ ਰੱਬ ਦੇ ਨਾਲ ਸੁਮੇਲ ਨਹੀਂ ਹੋਣ ਵਾਲਾ। ਤੇ ਦੀਵਾਰ ਕੀ ਹੈ? ਉਹ ਹੰਕਾਰ ਹੈ। ਇਸ ਲਈ ਗੁਰੂ ਨੇ ਕਿਹਾ ਨਿਮਰਤਾ, ਇਸ ਲਈ ਗੁਰੂ ਨੇ ਕਿਹਾ ਧੂੜੀ 'ਚ ਇਸ਼ਨਾਨ ਕਰਨ ਦਾ ਉਪਦੇਸ਼ ਦਿੱਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ, ਨੱਕ ਸਿੱਖ ਲਓ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੈ ਚਰਨ ਪਰਵਾਰੀਐ, ਅਗਨ ਜਲਾਏ ਫੁਨ ਪੀਸਣ ਪਸਾਏ, ਤਾਹੇ ਲੈ ਉੱਡੇ ਪਵਨ ਹੋਏ ਅਨਕ ਪ੍ਰਕਾਰੀਐ, ਜਤ ਕਤ ਸਿੱਖ ਪਗ ਧਰੈ ਗੁਰੂ ਪੰਥ ਪ੍ਰਾਤ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀਐ, ਤਿਹ ਪਦ ਪਾਦਕ ਚਰਨ ਲਿਗ ਲਾਗੀ ਰਹਿ, ਦਇਆ ਕੇ ਦਇਆਲ ਮੋਹੇ ਪਤ ਤੁਧਾਰੀਐ। ਹੇ ਮੇਰੇ ਮਹਾਰਾਜ ਕਿਰਪਾ ਕਰਨੀ, ਜਿਨ੍ਹਾਂ ਰਾਹਾਂ ਉੱਤੇ ਸਿੱਖ ਚੱਲਦੇ ਨੇ, ਜਿਹੜੇ ਉਪਦੇਸ਼ ਦੇ ਮੁਤਾਬਕ ਜਿਸ ਰਾਹ ਉੱਤੇ ਸਿੱਖ ਤੁਰਦੇ ਨੇ, ਕਿਰਪਾ ਕਰੀ ਉਹਨਾਂ ਰਾਹ ਉੱਤੇ ਤੁਰਨ ਦਾ ਉਪਦੇਸ਼ ਦੇਈਂ। ਐਸਾ ਪੈਗਾਮ ਮੇਰੇ ਹਿਰਦੇ ਵਿੱਚ ਵਸਾਈ, ਮੈਂ ਤੇ ਉਹਨਾਂ ਰਾਹ ਉੱਤੇ ਆਪਣੇ ਸਰੀਰ ਦੇ ਟੋਟੇ ਟੋਟੇ ਕਰਕੇ ਮਾਨੋ ਉਹਨੂੰ ਅੱਗ ਦੇ ਅੰਦਰ ਜਲਾ ਕੇ ਉਹਨਾਂ ਰਾਹ ਉੱਤੇ ਵਿਛਾਣ ਵਾਸਤੇ ਤਿਆਰ ਹਾਂ। ਚੱਲੇ ਤੇ ਸਹੀ ਕੋਈ ਗੁਰੂ ਸਿੱਖ ਗੁਰੂ ਦੇ ਮਾਰਗ ਦੇ ਉੱਤੇ।
ਚੱਲੇ ਤੇ ਸਹੀ ਕੋਈ ਵਿਚਾਰ ਤੇ ਲਵੇ ਆਪਣੇ ਗੁਰੂ ਦੀ, ਤੇ ਵਿਚਾਰ ਮੁਤਾਬਕ ਜਿਸ ਦਿਨ ਚੱਲੇਗਾ, ਜਿਸ ਦਿਨ ਤੁਰੇਗਾ, ਇਹ ਜੀਵਨ ਉਸ ਦਿਨ ਪਵਿੱਤਰ ਹੋਣਾ ਜੀ। ਬਾਕੀ ਜਿੰਨੇ ਮਰਜ਼ੀ ਕਰਮਕਾਂਡ ਕਰੀ ਜਾਓ, ਜਿੰਨਾ ਮਰਜ਼ੀ ਕੋਈ ਕਹੀ ਜਾਏ, ਕਰੀ ਜਾਓ, ਕਰਮਕਾਂਡ ਕਰਦੀ ਪਈ ਦੁਨੀਆ। ਜੇ ਆਪਾਂ ਵੀ ਉਹਨਾਂ ਦੇ ਪਿੱਛੇ ਲੱਗ ਕੇ ਕਰਨ ਲੱਗ ਗਏ, ਫਿਰ ਉਹਨਾਂ ਤੇ ਆਪਣੇ ਵਿੱਚ ਕੀ ਫਰਕ ਰਹਿ ਜਾਏਗਾ। ਆਪਾਂ ਤੇ ਗੁਰੂ ਕੋਲ ਆਣ ਕੇ ਗੁਰ ਮਿਲ ਚੱਜ ਆਚਾਰ ਸਿੱਖ, ਕਦੇ ਨਾ ਲੱਗੇ ਦੁੱਖ। ਗੁਰੂ ਕੋਲ ਮਿਲ ਕੇ ਚੱਜ ਤੇ ਆਚਾਰ ਸਿੱਖਣਾ ਹੈ ਨਾ, ਚੱਲਣ ਦਾ ਤਰੀਕਾ, ਪੁੱਛਣ ਦਾ ਤਰੀਕਾ, ਬੈਠਣ ਦਾ ਤਰੀਕਾ, ਉੱਠਣ ਦਾ ਤਰੀਕਾ, ਹਰ ਤਰੀਕਾ ਆਪਣਾ ਗੁਰੂ ਕੋਲ ਸਿੱਖਣਾ ਹੈ। ਇਸ ਲਈ ਇਸ਼ਨਾਨ ਇੱਥੇ ਆਣ ਕੇ ਕਰਨਾ ਹੈ, ਸਾਧ ਸੰਗਤ ਦੇ ਅੰਦਰ। ਕਿਉਂਕਿ ਜਿਸ ਵਕਤ ਸਤਿਗੁਰੂ ਦਾਤੇ ਨੇ ਤਨ ਦੀ ਗੱਲ ਕੀਤੀ ਨਾ, ਉਸ ਵਕਤ ਕਹਿ ਦਿੱਤਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਇਹ ਨਾ ਕੋਈ ਸਮਝੇ ਬਈ ਹੁਣ ਤਨ ਦਾ ਇਸ਼ਨਾਨ ਮੈਂ ਕੇਵਲ ਮੂੰਹ ਹੱਥ ਧੋਵਾਂ ਨਾ ਤੇ ਜਪਜੀ ਸਾਹਿਬ ਸ਼ੁਰੂ ਕਰ ਦੇਵਾਂ ਵੀ ਤਨ ਦਾ ਇਸ਼ਨਾਨ ਪਾਠ ਪੜ੍ਹਨ ਨਾਲ ਹੋ ਜਾਏਗਾ। ਅਸੀਂ ਕਿਉਂ ਪਾਣੀ ਨੂੰ ਦੇਖਦੇ ਹਾਂ? ਕਿਉਂਕਿ ਪਾਣੀ ਨੇ ਸਾਡੇ ਤਨ ਨੂੰ ਧੋਣਾ ਹੈ। ਪਰ ਜੇ ਕੋਈ ਕਵੇ ਵੀ ਮਨ ਇਸ ਦੇ ਨਾਲ ਧੁੱਪ ਜਾਵੇ, ਪਾਣੀ ਦੇ ਨਾਲ ਮਨ ਨਹੀਂ ਧੁੱਪਣ ਵਾਲਾ। ਪਾਣੀ ਚਿੱਤ ਨਾ ਭਿਜਈ, ਮੁਖ ਪੀਤਾ ਤਿਖ ਜਾਏ, ਚਿੱਤ ਨਹੀਂ ਭਿਜਦਾ ਇਹਦੇ ਨਾਲ। ਚਿੱਤ ਦੇ ਅੰਦਰ ਇਹ ਕਹਿ ਲਵੇ ਵੀ ਮਨ ਇਹਦੇ ਨਾਲ ਸਾਫ਼ ਨਹੀਂ ਹੋਣ ਵਾਲਾ। ਕਿਉਂ? ਕਾਰਨ ਹੈ ਕਿਉਂਕਿ ਇੱਥੇ ਪਾਣੀ ਦਾ ਸੰਬੰਧ ਸਾਡੇ ਸਰੀਰ ਨਾਲ ਹੈ। ਇਸ ਲਈ ਗੁਰੂ ਨੇ ਕਿਹਾ ਇਸ਼ਨਾਨ ਕਰ, ਸਾਧ ਸੰਗਤ ਦੇ ਅੰਦਰ ਆਣ ਕੇ ਇਸ ਧੂੜੀ ਦੇ ਅੰਦਰ ਇਸ਼ਨਾਨ ਕਰ। ਤੇ ਜਿਸ ਦਿਨ ਇੱਥੇ ਇਸ਼ਨਾਨ ਕਰੇਗਾ, ਉਸ ਦਿਨ ਤੇਰਾ ਮਨ ਪਵਿੱਤਰ ਹੋਣਾ ਸ਼ੁਰੂ ਹੋ ਜਾਏਗਾ। ਨਹੀਂ ਤੇ ਮਹਾਰਾਜ ਨੇ ਕਿਹਾ ਲੋਕੀ 68 ਤੀਰਥ ਨਹਾਈ, ਕੌਰਾਪਨ ਤਉ ਨਾ ਜਾਈ। ਜਿੰਨਾ ਮਰਜੀ ਲੋਕੀ ਉਸ ਫਲ ਨੂੰ ਲੋਕ 68 ਤੀਰਥਾਂ ਦੇ ਉੱਤੇ ਇਸ਼ਨਾਨ ਕਰਾ ਲੈਣ, ਉਹਦੇ ਅੰਦਰੋਂ ਕੌੜਾਪਣ ਦੂਰ ਨਹੀਂ ਹੁੰਦਾ। ਸਿਖਾ ਕਦੇ ਐਸਾ ਨਾ ਹੋਵੇ ਤੇਰੇ ਅੰਦਰੋਂ ਵੀ ਕੜਤਨ ਨਾ ਜਾਏ, ਉਹ ਵੈਰ ਨਾ ਜਾਵੇ, ਈਰਖਾ ਨਾ ਜਾਵੇ, ਅੰਦਰ ਹੀ ਘਰ ਕਰਕੇ ਬੈਠੀ ਰਹੇ। ਤੇ ਕੀ ਕਰਾਂਗੇ ਫਿਰ ਐਸੇ ਧੂੜੀ ਦੇ ਇਸ਼ਨਾਨ ਦਾ? ਜਿਹੜੇ ਤੀਰਥਾਂ ਉੱਤੇ ਜਾ ਕੇ ਆਪਾਂ ਦੇਖਦੇ ਹਾਂ ਨਾ, ਜਿਨ੍ਹਾਂ ਨੇ ਐਸਾ ਪਾਠ ਪੜ੍ਹਾਇਆ ਸੀ, ਪੜ੍ਹੋ ਹਾਂ ਬਾਣੀ ਨੂੰ। ਸਤਿਗੁਰੂ ਆਪਾਂ ਤੇ ਬਾਲਕ ਪੁੱਛਣਾ ਹੈ ਨਾ ਆਪਣੇ ਸਤਿਗੁਰੂ ਦਾਤੇ ਕੋਲ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾਸਿਓ ਸੰਗ ਨਾ ਛੁਟਕਿਓ, ਅਦਿਕ ਅਹੰ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਇਹ ਰਹਾਉ ਵਾਲਾ ਬੰਦ ਹੈ। ਫਿਰ ਕਹਿੰਦੇ ਨੇ ਮੋਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਰ ਤੀਰਥ ਸਭ ਧਰਤੀ ਭ੍ਰਮਿਓ, ਦੁਬਦਾ ਛੁਟਕੈ ਨਾਹੀ, ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰ ਵਤ ਧਰਾਏ, ਮਨ ਕੀ ਮੈਲ ਨਾ ਉਤਰੈ ਏ ਬਿਦ, ਜੇ ਲੱਖ ਯਤਨ ਕਰਾਏ। ਹੁਣ ਬਾਣੀ ਤੇ ਕਹਿ ਰਹੀ ਹੈ ਮਨ ਦੀ ਮੈਲ ਨਹੀਂ ਉਤਰਨ ਵਾਲੀ, ਜਿੰਨੇ ਮਰਜੀ ਯਤਨ ਕਰ ਲਾ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਨਹੀਂ ਮਿਲਿਆ ਜਾ ਸਕਦਾ। ਕਰੀ ਜਾ ਜਿੰਨੇ ਮਰਜੀ ਯਤਨ, ਨਹੀਂ ਧੋਪਣ ਵਾਲਾ। ਉਹ ਜਿਹੜੇ ਲੋਕ ਐਸਾ ਪੈਗਾਮ ਦਿੰਦੇ ਸਨ, ਉਹਨਾਂ ਨੂੰ ਬੰਦਾ ਪੁੱਛੇ ਵੀ ਤੁਸੀਂ ਤੇ ਕਹਿੰਦੇ ਹੋ ਸਿਰ ਉੱਤੇ ਆਰਾ ਚਰਾ ਕੇ ਮਰ ਜਾਓ ਤੇ ਮੁਕਤੀ ਹਾਸਲ ਹੁੰਦੀ ਹੈ, ਤੁਸੀਂ ਤੇ ਇਹ ਕਹਿੰਦੇ ਹੋ ਬਈ ਕੋਈ ਤੀਰਥ ਉੱਤੇ ਜਾ ਕੇ ਪ੍ਰਾਣ ਤਿਆਗ ਦੇਵੇ ਮੁਕਤੀ ਹਾਸਲ ਹੁੰਦੀ। ਸਾਨੂੰ ਪੈਗਾਮ ਦੇਣ ਵਾਲਿਓ, ਤੁਸੀਂ ਛਾਲ ਮਾਰ ਕੇ ਵੇਖੋਗਾ, ਤੁਸੀਂ ਆਪਣੇ ਸਿਰ ਉੱਤੇ ਆਰਾ ਚਰਾ ਕੇ ਵੇਖੋ, ਕੋਈ ਪੁੱਛਣ ਦੱਸਣ ਵਾਲਾ ਨਹੀਂ ਸੀ ਨਾ। ਇਸ ਲਈ ਐਸਾ ਮੂਰਖ ਬਣਾਇਆ ਗਿਆ। ਮਹਾਰਾਜ ਕਹਿੰਦੇ ਨੇ ਅੱਜ ਦੇ ਸ਼ਬਦ ਦੇ ਅੰਦਰ, ਪਿਆਰਿਓ ਇਸ਼ਨਾਨ ਕਰੋ, ਪਰ ਇਸ ਸੰਗਤ ਅੰਦਰ ਬੈਠ ਕੇ ਇਸ਼ਨਾਨ ਕਰੋ, ਗੁਰੂ ਦੀ ਮੱਤ ਨੂੰ ਹਾਸਲ ਕਰੋ, ਨਿਮਰਤਾ ਸਹਿਤ ਆਣ ਕੇ ਗੁਰੂ ਦੀ ਮੱਤ ਨੂੰ ਧਾਰਨ ਕਰੋ। ਇਹ ਹੈ ਤੁਹਾਡਾ ਸੱਚਾ ਇਸ਼ਨਾਨ। ਤੇ ਅੱਗੇ ਮਹਾਰਾਜ ਕਹਿੰਦੇ ਨੇ ਫਿਰ ਜਿਨ੍ਹਾਂ ਨੂੰ ਇਹ ਇਸ਼ਨਾਨ ਕਰਨ ਦੀ ਜਾਤ ਆ ਗਈ, ਹਰ ਕਾ ਨਾਮ ਧਿਆਏ ਸੁਣ, ਸਭਨਾ ਨੋ ਕਰ ਦਾਨ। ਦਾਨੀ ਤੇ ਬੜੇ ਨੇ ਸੰਸਾਰ ਦੇ ਅੰਦਰ, ਐਸੇ ਵੀ ਦਾਨੀ ਨੇ, ਕਈਆਂ ਨੇ ਆਪਣੇ ਇਸਤਰੀ ਨੂੰ ਦਾਨ ਕਰ ਦਿੱਤਾ, ਸੇਜ ਸਹਿਤ ਇਸਤਰੀ ਨੂੰ ਦਾਨ ਕਰ ਦਿੱਤਾ, ਕਿੰਨਾ ਕੁਝ ਦਾਨ ਕੀਤਾ ਗਿਆ। ਮਹਾਰਾਜ ਕਹਿੰਦੇ ਨੇ ਵੇਖੋ ਭੁੱਖੇ ਨੂੰ ਦਾਨ ਕੀਤਾ ਜਾ ਸਕਦਾ ਇਹਨਾਂ, ਪਰ ਜੇਕਰ ਰੱਜੇ ਨੂੰ ਕਹੋ ਵੀ ਹੁਣ ਤੂੰ ਦਾਨ ਮੰਗ ਲਾ, ਉਹ ਤਾਂ ਪਹਿਲਾਂ ਹੀ ਰੱਜਿਆ, ਉਹ ਕਿਵੇਂ ਦਾਨ ਲਏਗਾ। ਇੱਕ ਦਾਨ ਐਸਾ ਹੈ, ਉਹ ਦਾਨ ਕੈਸਾ ਹੈ, ਹਰ ਕਾ ਨਾਮ ਧਿਆਏ ਸੁਣ। ਧਿਆਏ ਦਾ ਅਰਥ ਹੈ ਤੇ ਸੁਣਨ ਦਾ ਅਰਥ ਹੈ ਜੋ ਕੁਝ ਸੁਣਨਾ ਹੈ ਉਹਨੂੰ ਧਾਰਨ ਕਰ। ਤੇ ਇਹ ਜੇਕਰ ਕੋਈ ਪੁੱਛਦਾ ਹੈ ਉਹਨੂੰ ਦਾਨ ਵੀ, ਜੇਕਰ ਕਿਸੇ ਨੂੰ ਮਿਲਦਾ ਹੈ ਨਾ ਉਹਨੂੰ ਦਾਨ ਵੀ ਕਰਨਾ ਕਰ। ਮੈਂ ਹੈਰਾਨ ਹੋ ਜਾਣਾ ਸਾਧ ਸੰਗਤ, ਕਈ ਵਾਰੀ ਖਿਆਲ ਆਉਂਦਾ ਹੈ ਵੀ ਸਾਡੇ ਸਿੱਖ ਕੁਝ ਗੱਲ ਗੁਰੂ ਦੀ ਕਹਿਣ ਲੱਗਿਆਂ ਬੜੇ ਡਰਦੇ ਨੇ। ਕਿਸੇ ਨੂੰ ਫਤਿਹ ਵੀ ਬੁਲਾਣੀ ਹੋਵੇ ਨਾ, ਸ਼ਰਮਾਉਂਦੇ ਬਹੁਤ ਨੇ।
बहुत शर्माते रहने भी शायद फतेह बुला के खुरे मैं नीवा हो जावांगा। मैं कहना जिहदे कोल फतेह नहीं रही उहदे कोल संसार विच रिहा भी की। ध्यान देना, जिस वक्त कचहरी दे अंदर छोटे साहबजादे पहुंचे सन, आपां नूं पता है ना, जिस वक्त वजीर खान दे कोल गए सन, उन्होंने उस वक्त फतेह बुलाई सी। लोगों ने पूछा होगा ना भी साहबजादिओ इत्थे ते कोई तुहाडे कोल सिख नहीं जिन्हां नूं आण के तुसीं फतेह बुला रहे हो। ते जवाब तो उन्होंने बड़ा कमाल दा दिता ना प्यारे। जवाब जिस वक्त आप उस साहबजादियां दे सुनांगे ना तो जवाब कैसा वो कमाल दा सी। वो जवाब ये सी क्योंकि असीं वो वाहिगुरू दी फतेह बुलाउने आ, वो वाहिगुरू दा पैगाम देने आ, असीं ओदी प्रजा हाँ, ओदा खालसा वां। इस करके फतेह बुलाउने आ, ओदी हर थां ते जित होंदी है। शरीर गुलाम बना लिया तो किहड़ी वड्डी गल, साडी सोच ते नहीं ना गुलाम बनाई गई है। ते जिहदी सोच गुलाम ना होवे ते हमेशा आज़ाद रहिंदा है। महाराज कहंदे ने ध्याए सुन, तू नाम नूं ध्या ते सुन ते सारिआं नूं दान करना कर। निंदा दा पौना घंटा बंदा सुन लवे ना तो मसाला ला के इस तरीके नाल कहेगा 1.5 घंटा सुनाई जाएगा तो अक्केगा भी नहीं, थकेगा भी नहीं। जिन्ने बंदे बैठे होणगे ना होर अपने तरीके नाल गल वधा के मसाला ला के सुनाई जाएगा। बैठे रहो 1.5 घंटा सुनाई जाएगा। सुन के तो सिर्फ अद्धा पौना घंटा ही आया है। पर ऐसा भी कोई गुरसिख है, गुरसिखड़ा है जिहड़ा नाम दी गल सुन के आया होवे, गुरु दी गल सुन के आया होवे ते अगे जिहड़ा पुछे जिहड़ा मिले उन्होंने ऐसा दान भी कर देवे। जेकर अद्धा घंटा पौना घंटा गुरु की गल सुन के आया, कुछ पल्ले बन के आया है तो जिन्हों जाके मिलया है उन्होंने आ भी झोली विच गुरु की मत भी पा रहा। ऐसा भी है कोई गुरसिख जिहड़ा है भागां वाला है, भाई मानसुख वर्गा, जिन्हें ऐसा दान कर दिता राजे शिवनाब नूं ते गुरु चरनां नाल जोड़ दिता। जिस वक्त जेल के अंदर सी तो वह कहता है भी खुशी दे गीत गा रहा है। मोती ता मंदर उसरै रतनी ता होए जड़ाओ, कस्तूर कुंगू अगर चंदन लीप आवे चाओ, मत देख भूला विसरै तेरा चित ना आवे नाओ, हर बिन जियो जल बल जाओ, मैं अपना गुरपूछ देखिया अवर नाही थाऊं। जिस वक्त गीत सुनिया झूमदे झूमदे रब की बाणी का ये सरूर दे अंदर गुरबाणी का शब्द सुनिया, क्योंकि लोग जाने ये गीत है ये तो ब्रह्म विचार। लोगों के भावें तो यह गीत सी, कह लगा जिहड़ा गीत गा रहा है। पूछया भी आ कौन गा रहा है? राजे ने पूछया, कह लगे ये मानसुख है जिन्होंने आप कैद दे विच रखिया है, ये गीत फिर भी गा रहा है, इनू जाके मिलना बनता है। मिलिया जाके कह लगा तेनू कैद विच रखिया, तू गीत गा रहा है? गीत नहीं गा रहा, मैं गुरु का शब्द गा रहा वां, ते तू दुखी नहीं? तेरा तो सब कुछ असीं खो लिया है। कहता दुखी आ धन ते अज ही तो पता लगा भी आ धन ते दुनिया खो सकती है, पर जिहड़ा दान मैनू मालिक ने दिता है ना, जिहड़ा नाम दा धन मैनू मालिक ने दिता है, जिन्ना मर्जी लोग चाह लैण इस दान नू इस नाम नू कदे कोई खो नहीं सकता। अज ही तो पता लगा साथ जाण वाला किहड़ा है। कहता मैं बड़ा दुखी आ। दुखी होवेगा ही, क्योंकि तेरा सिद्धांत तेरे कोल कोई नहीं, तेरे कोल बाणी नहीं, तू तो दुखी होवेगा ही। जिहड़ा नाम नाल जुड़ेगा वही सुखी होएगा। ते दान ऐसा किया राजा शिवनाब गुरु चरना का भौरा बन गया। ऐसा दान करो ना, अगे असीं तो डरते हाँ गुरु की गल करन लग्या वो ऐसा ना मेरी गल का गुस्सा ही ना कर लवे। जे जिन्हां ने दान किया विदेशों में जाके, हरभजन सिंह जी जोगी ने, जिन्हां ने कईयां नूं गुरसिख बना दिता। देखो जिन्हां ने इस गुरबाणी का अगे दान किया, प्रचार किया। हर एक सिख अपने घर का एक प्रचारक है। जेतों गुरु की गल सुन के जाने ना, अपने बच्चों को गोद में बिठा के वो गल्लां सुनाइए, गुरु की मत दईए। हर एक प्रचारक है। जिस दिन ये दान करांगे दुनिया का सब तो वड्डा दान है। बाकी जिन्ना मर्जी दान कीती जाओ, वो दान हौमे नूं वधाएगा, ये दान ज्ञान नूं वधाएगा। बस अंतर इन्ना ही है। जदन ये दान करांगे, महाराज कहते हैं हर का नाम ध्याए सुन सब नानो कर दान। सारिਆਂ ਨੂੰ दान किया जा सकता है। फिर महाराज कहते हैं जन्म कर्म मल उतरै मन ते जाए गुमान। जन्म कर्म, जन्म जन्म की इस मन को मल लागी काला हुआ सिया। जन्मा जन्मा की मल लगी है, काला हो चुकिया है। किवें उतरेगी साहिबा?
मन तो किवें घुमान जाएगा। ये जिहड़ी मैल है निता प्रति हंकार नूं वधा रही है। पातशाह कहते ने जन्मा कर्मा की मैल उतर सकती है। सुनिया मन्निया मन कीता भाऊ अंतरगा तीरथ मल नाऊ। जिस दिन अंदर तीरथ तेरा बन जाएगा, ये मैल तेरी जरूर उतरेगी जिस दिन तेनू इस सरोवर के अंदर इशनान करन दी जाच आ गई। अगे पातशाह कहते ने काम क्रोध ना मोहिया बिन सै लोभ सुआन। ना फिर काम हो सकता है, ना क्रोध सता सकता है, ना मोह व्याप सकता है। लोभ रूपी कुत्ता भी कुछ नहीं बिगाड़ सकता जिहड़ा गुरु चरनां नाल जुड़ गया। जिन्हों ये इशनान करन दी गुरु कोल जाच आ गई। हुण देखियो साहब अगे की कह रहे ने, सच्चे मार्ग चलदियां उस्तत करे जहान। सच्चा मार्ग किहड़ा है? जिहड़ा गुरु तो मत लैके इस मार्ग के उत्ते तुरदा है। अज किन्हां नूं याद किया जा रहा गुरु प्यार वालिओ, असीं कहने आ 40 मुक्ते। मैं संखेप जी बेनती कर देवां साध संगत, जो कुछ इतिहास के अंदर लिखिया है, क्योंकि समय मुताबक शब्द के अर्थ करके जिन्ना को मालिक बख्शिश करेगा उस मुताबक आप अगे चलांगे। सच्चा मार्ग किहड़ा है? गुरु की मत लेना। तो जिस दिन गुरु की मत ना लई ना रही उस दिन असीं की हो जावांगे? बदावी हो जावांगे। गुरु की मत का गुरु के अनुसार चलना की है? मुक्ते हो जाना। तो गुरु का पल्ला छड्डना की है? बदावी हो जाना। बस इन्नी को गल अपने पल्ले नाल बन लेना। जिस वक्त वैसे जिस वक्त असी तमाम ग्रंथां नूं पढ़ के देखते हैं ना, महान ढाडी जिन्हों शीतल साहब आपां कहने आ, उन्होंने बड़ा प्यारा जिक्र किया है। सोहन सिंह जी शीतल ने उन्होंने ये जिक्र किया है असल विच मुक्ते किदों होए। क्योंकि कवि संतोख सिंह जी ने जिहड़ा ग्रंथ लिखिया है, आप जी नूं पता है 1838 तो लैके 1843 तक उन्हें ग्रंथ लिखिया है। 5 सालों के अंदर तमाम ग्रंथ नूं जिन्हों आपां रात्रि के दीवान के अंदर रोज़ विचारते हैं, 5 सालों के अंदर उन्होंने ये ग्रंथ लिखिया। उन्होंने अंदर तो उन्हें ऐसा भी जिक्र कर दिता भी माता जी ने कहा भी इस आनंदपुर साहब नूं छड्डना बनता है, भी चलो आपां इस आनंदपुर साहब नूं छड्डना करिए। पर याद रखना वो माता महान जिहड़ी गुरु तेग बहादुर साहब महाराज जी दे महल होण, जिन्हां ने इन्ना जीवन कमाया होवे, भला एक लिखारी लिख देवे तो असीं उस गल नूं किवें मन्नीए। अगली गल होर सोचना, उन्होंने कहा पहला बदावा आनंदपुर साहब के अंदर लिखिया गया, पर उन्होंने नाल जिक्र कर दिता इत्थे उन्होंने आनंदपुर साहब नहीं छड्डिया। फिर अगे जिक्र किया भी कुछ समय बाद जिस वक्त वो सतगुरु कलगीधर पातशाह नूं समझाउण वास्ते आउंदे ने, कहंदे ने पातशाह तुहानूं समझाउण लगे हाँ। महाराज कहंदे ने गुरु कोल आके ते गुरु की मत लईए, दसो की समझाउण लगे हो? गुरु की मत लैनी चाहिए, की समझाउण लगे हो? पातशाह ये समझाउण लगे हाँ भी रोज़ रोज़ दे झगड़े करने ठीक नहीं, रोज़ रोज़ दे जिहड़े झगड़े ने ना ये ठीक नहीं, इसलिए आपां सुलह कर लैने आ, उन्हां लोकां दे नाल सुलह बना लैने आ। पातशाह कहते ने भी तुसी ते ये कहंदे हो असीं झगड़े करते हाँ, पर याद रखना कि गुरु अर्जन साहब महाराज जी ने कोई झगड़ा किया सी? तुमको सिख कर क्या हम लै हैं, तुहानूं सिख बना के दसो की प्राप्त करांगे। क्योंकि जदों ऐसा समा आ गया तुसी साथ छड्डण वास्ते तैयार हो गए हो। उन्होंने क्या पातशाह हुण सिੱਖੀ निभाई नहीं जाती। पातशाह ने क्या लिख के दे देवो। हुण ध्यान देना क्या जाता है भी उत्थे लिख के दे दिता, ते जिस वक्त अपने घरां नूं वापस परते ने माता भागो बीबी भागो ने उस वक्त उन्होंने अगों ऐसा पैगाम दिता, जिस वक्त गुरु तुहाडे नाल है तुसीं लखां दे हो, ते जिस वक्त गुरु का साथ छड्ड दिंदे हो कखां दे हो गए हो। हुण साडे वास्ते तुहाडी कोई अहमियत नहीं रही, ते जेकर तुसीं आप हुण मर्द नहीं रहे तो असीं जानियां हां जंगां दे अंदर, असीं लड़ाई करने आ जाके। शर्मशार होए वापस परते। मैं संखेप जिहा जिक्र करन लगा वा, खदराने की ढाब इन्हां ने आण के मल्ली। ये जंगली इलाका सी, वैसे घटना जून की है, ध्यान दे लेना साध संगत जिहड़ी मैं बेनती करन लगा। 2 तरीके ने सिੱਖੀ दे अंदर
ਇਹਦੇ ਪਿੱਛੇ ਦੋ ਕਾਰਨ ਮੰਨੇ ਜਾਂਦੇ ਨੇ ਇਹਨੂੰ ਮਾਘ ਦੇ ਮਹੀਨੇ ਵਿੱਚ ਮਨਾਉਣ ਦੇ। ਪਹਿਲਾ ਕਾਰਨ ਇਹ ਮੰਨਿਆ ਜਾਂਦਾ ਹੈ ਵੀ ਸਿੱਖ ਪੰਥ ਨੇ ਇਹ ਫੈਸਲਾ ਕੀਤਾ ਸੀ ਬਈ ਕਿਉਂਕਿ ਉਹ ਜੰਗਲੀ ਇਲਾਕਾ ਸੀ, ਪਾਣੀ ਦਾ ਪ੍ਰਬੰਧ ਨਹੀਂ ਸੀ ਹੁੰਦਾ, ਇਸ ਕਰਕੇ ਇਸ ਮਹੀਨੇ ਦੇ ਅੰਦਰ ਇਹ ਦਿਨ ਮਨਾਇਆ ਜਾਏ। ਮੈਂ ਦੂਸਰਾ ਤਰੀਕਾ ਇਹ ਵੀ ਸਮਝਣਾ ਸਾਧ ਸੰਗਤ, ਕਿਉਂਕਿ ਸਾਨੂੰ ਉਹਨਾਂ ਰਾਹਾਂ ਦੇ ਉੱਤੇ ਚਲਾਇਆ ਗਿਆ ਹੈ ਜਿਨ੍ਹਾਂ ਰਾਹਾਂ ਤੋਂ ਗੁਰੂ ਨੇ ਸਾਨੂੰ ਰੋਕਿਆ ਸੀ। ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਉਹ ਦਿਨ ਅੱਜ ਦੇ ਦਿਨ ਮਨਾਇਆ ਜਾਂਦਾ ਹੈ। ਮਾਘ ਦਾ ਮਹੀਨਾ ਕਿਉਂਕਿ ਸੁੱਚਾ ਕਹਿੰਦੇ ਨੇ ਨਾ ਪਵਿੱਤਰ ਹੁੰਦਾ ਹੈ, ਤੇ ਸਾਡੀ ਸੋਚ ਵਿੱਚ ਵੀ ਇਹ ਕੁਝ ਭਰ ਦਿੱਤਾ ਗਿਆ ਹੈ। ਜੂਨ ਦੇ ਮਹੀਨੇ ਵਿੱਚ ਇਹ ਘਟਨਾ ਘਟੀ ਤੇ ਮਾਘ ਦੇ ਮਹੀਨੇ ਦੇ ਅੰਦਰ, ਜਿਹਨੂੰ ਅੱਜ ਆਪਾਂ ਜਨਵਰੀ ਦੇ ਅੰਦਰ ਮਨਾ ਰਹੇ ਹਾਂ, ਮਾਘ ਦੇ ਨਾਲ ਇਹ ਜੋੜ ਦਿੱਤੀ ਗਈ। ਕਾਰਨ ਕੀ ਸੀ? ਜੇਕਰ ਬ੍ਰਾਹਮਣ ਨੇ ਕੈਸੀ ਸੋਚ ਸੋਚੀ ਸੀ, ਗੁਰੂ ਪਿਆਰ ਵਾਲੇ ਉਹਨੇ ਕਿਹਾ ਵੀ ਜੇ ਦੀਵਾਲੀ ਹੈ ਨਾ, ਤੇ ਦੀਵਾਲੀ ਦਾ ਭਾਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਿਨ ਰਿਹਾਈ ਦੇ ਤੇ ਅੰਮ੍ਰਿਤਸਰ ਆਉਣ ਦੇ ਕੁਝ ਹੋਰ ਨੇ, ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਪਹੁੰਚਣ ਦੇ, ਪਰ ਸਾਡੇ ਬੱਚੇ ਪਟਾਕੇ ਚਲਾਉਣਗੇ, ਸਿੱਖ ਕਿਵੇਂ ਇਹਦੇ ਤੋਂ ਬਚੇ ਰਹਿਣ? ਇਹਨੂੰ ਨਾਲ ਜੋੜ ਦੇਵੋ, ਇਸ ਦਿਨ ਦੇ ਨਾਲ ਜੋੜ ਦਿੱਤਾ ਗਿਆ। ਉਹਨਾਂ ਦਿਨਾਂ ਦੇ ਨਾਲ ਸਿੱਖਾਂ ਨੂੰ ਜੋੜਿਆ ਗਿਆ। ਹੁਣ ਆਹ ਦਿਨ ਪਵਿੱਤਰ ਮੰਨਿਆ ਜਾਂਦਾ ਸੀ। ਮੈਂ ਸ਼ੁਰੂਆਤ ਵਿੱਚ ਆਰੰਭਤਾ ਵਿੱਚ ਇੱਕ ਬੇਨਤੀ ਕੀਤੀ ਸੀ, ਜੜ੍ਹਾਂ ਨੂੰ ਰੋਜ਼ ਹਿਲਾ ਕੇ ਦੇਖਿਓ, ਰੁੱਖ ਨਹੀਂ ਬਣਦਾ। ਤੇ ਬ੍ਰਾਹਮਣ ਨੇ ਕਿਹਾ ਜੀ ਇਹ ਜੜ੍ਹਾਂ ਦੇ ਅੰਦਰ ਬੈਠ ਜਾਵੋ, ਇਹਨੂੰ ਤਾਂ ਹਿਲਾਇਆ ਜਾ ਸਕਦਾ, ਜੜ੍ਹਾਂ ਹੀ ਉਖੇੜ ਦੇਵੋ, ਇਹਦੇ ਅੰਦਰ ਬ੍ਰਾਹਮਣਵਾਦ ਪਾ ਦੇਵੋ, ਤਾਂ ਕਿ ਇਹ ਵੀ ਪਵਿੱਤਰ ਦਿਨ ਮਿੱਥ ਕੇ ਦਿਨ ਮਨਾਏ। ਯਾਦ ਰੱਖਣਾ, ਉਹਨਾਂ ਤੋਂ ਤਾਂ ਕੁਰਬਾਨ ਜਾਈਏ ਨਾ, ਜਿਨ੍ਹਾਂ ਨੇ ਗੁਰੂ ਤੋਂ ਕੁਰਬਾਨੀਆਂ ਦੇ ਕੇ ਖਦਰਾਣੇ ਦੀ ਢਾਬ ਉੱਤੇ ਪਹੁੰਚੇ ਤੇ ਤਮਾਮ ਉਹਨਾਂ ਥਾਵਾਂ ਦੇ ਉੱਤੇ ਆਪਣੇ ਕੱਪੜੇ ਆਦਿ ਵਿਛਾ ਦਿੱਤੇ, ਤਾਂ ਕਿ ਦੁਸ਼ਮਣ ਨੂੰ ਇਹ ਲੱਗੇ ਤੰਬੂ ਆਦਿ ਲੱਗੇ ਨੇ, ਤੇ ਤੰਬੂ ਲੱਗੇ ਨੇ, ਇਸ ਕਰਕੇ ਆਪ ਦੂਸਰੇ ਪਾਸੇ ਉੱਠ ਕੇ ਬੈਠ ਗਏ। ਜਿਸ ਵਕਤ ਦੁਸ਼ਮਣ ਚੜ੍ਹਾਈ ਕਰਕੇ ਆਇਆ, ਗੋਲੀਆਂ ਤਲਵਾਰਾਂ ਆਦਿ ਚਲਾ ਦਿੱਤੀਆਂ, ਬਹੁਤ ਸਾਰੇ ਲੋਕ ਉੱਥੇ ਮਾਰੇ ਗਏ। ਵਜ਼ੀਰ ਖਾਨ ਨੇ ਕਪੂਰੇ ਕੋਲ ਪੁੱਛਿਆ ਬਈ ਪਾਣੀ ਕਿੰਨੀ ਕੁ ਦੂਰ ਹੈ? ਕਹਿੰਦਾ ਉਹ ਤਾਂ 12 ਮੀਲ ਪਿੱਛੇ ਛੱਡ ਆਇਓ। ਜੇ ਤੁਹਾਨੂੰ ਗੁਰੂ ਅਨੰਦਪੁਰ ਛੱਡ ਕੇ ਪ੍ਰਾਪਤ ਨਹੀਂ ਹੋਇਆ ਨਾ, ਜਿੱਥੇ ਤੁਹਾਡੇ ਕੋਲ ਤਮਾਮ ਸਹੂਲਤਾਂ ਸਨ, ਤੇ ਇੱਥੋਂ ਮਰ ਕੇ ਜਾਓਗੇ, ਇੱਥੋਂ ਵੀ ਕੁਝ ਨਹੀਂ ਪ੍ਰਾਪਤ ਹੋਣ ਵਾਲਾ। ਵਜ਼ੀਰ ਖਾਨ ਫੌਜ ਸਮੇਤ ਕੁਝ ਕੁ ਉੱਥੇ ਮਾਰੇ ਗਏ ਤੇ ਵਾਪਸ ਪਰਤ ਗਿਆ। ਅੱਜ ਖਦਰਾਣੇ ਦੀ ਢਾਬ ਉੱਤੇ, ਕਿਉਂਕਿ ਜਿਸ ਵਕਤ ਸਿੱਖਾਂ ਨੇ ਉਹਨਾਂ ਲੋਕਾਂ ਦੇ ਉੱਤੇ ਬੰਦੂਕਾਂ ਆਦਿ ਚਲਾਈਆਂ ਸਨ, ਕਲਗੀਧਰ ਪਾਤਸ਼ਾਹ ਨੇ ਇੱਕ ਤੀਰ ਛੱਡਿਆ ਸੀ। ਉਹ ਇਸ ਗੱਲ ਦਾ ਸੰਕੇਤ ਸੀ ਵੀ ਕਲਗੀਧਰ ਪਾਤਸ਼ਾਹ ਤੁਹਾਡੇ ਨਾਲ ਹੈ। ਐਸੇ ਜੋਹਰ ਐਸੇ ਦਿਖਾਏ ਉਹਨਾਂ 40 ਸਿੱਖਾਂ ਨੇ, ਜਿਨ੍ਹਾਂ ਨੂੰ ਮੁਕਤੇ ਕਿਹਾ ਜਾਂਦਾ ਹੈ। ਜਿਸ ਵਕਤ ਉਹ ਸ਼ਹੀਦੀਆਂ ਪਾ ਕੇ ਥਾਂ ਥਾਂ ਦੇ ਉੱਤੇ ਬੈਠੇ ਨੇ ਨਾ, ਅੱਜ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਉੱਥੇ ਪਹੁੰਚੇ। ਭਾਈ ਮਾਹ ਸਿੰਘ ਅਰਦਾਸ ਕਰ ਰਿਹਾ ਹੈ, ਤੇ ਇਹ ਅਰਦਾਸ ਕੈਸੀ ਹੈ? ਪਾਤਸ਼ਾਹ, ਅੱਜ ਇਮਤਿਹਾਨ ਹੋਣ ਲੱਗਾ ਹੈ ਗੁਰੂ ਦਾ, ਇਮਤਿਹਾਨ ਗੁਰੂ ਦਾ ਹੋਣ ਲੱਗਾ ਹੈ। ਉਹ ਕਿਵੇਂ? ਇੱਕ ਪਾਸੇ ਮੌਤ ਖੜੀ ਹੈ ਤੇ ਇੱਕ ਪਾਸੇ ਗੁਰੂ ਹੈ। ਵੇਖੀ ਦਾਤਾ, ਕਦੇ ਮੌਤ ਪਹਿਲਾਂ ਨਾ ਆ ਜਾਵੇ। ਵੇਖੀ ਪਾਤਸ਼ਾਹ, ਕਿਤੇ ਮੌਤ ਨਾ ਪਹਿਲਾਂ ਆ ਜਾਵੇ। ਮੇਰੇ ਸਰੀਰ ਦੇ ਵਿੱਚ ਜਿਹੜੀ ਜਿੰਦ ਉਨੀ ਦੇਰ ਤੱਕ ਨਿਕਲਣੀ ਵੀ ਨਹੀਂ ਪਾਤਸ਼ਾਹ, ਜਿੰਨੀ ਦੇਰ ਤੱਕ ਬਦਾਵਾ ਨਹੀਂ ਪਾੜਿਆ ਜਾਣਾ। ਯਾਦ ਕੀਤਾ ਭਾਈ ਮਾਹ ਸਿੰਘ ਨੇ, ਸਫਰੀ ਸਾਹਿਬ ਨੇ ਬੜੇ ਪਿਆਰੇ ਬੋਲ ਲਿਖੇ ਨੇ। ਉੱਚੀ ਟਿੱਬਿਓਂ ਪਿਤਾ ਦਾ ਤਾਰ ਉਤਰੇ, ਜੂਝ ਗਿਆ ਦਾ ਕਰਨ ਸਤਕਾਰ ਲੱਗੇ। ਉਹਨੂੰ ਲਹੂ ਦੇ ਵਿੱਚ ਗੜੋਚ ਹੋਇਆ, ਕੋਈ ਅਜੀਤ ਲੱਗੇ, ਕੋਈ ਜੁਝਾਰ ਲੱਗੇ। ਘੂਕ ਸੁੱਤੇ ਸ਼ਹੀਦਾਂ ਦੇ ਸਿਰਾਂ ਉੱਤੇ, ਜਦੋਂ ਮੋਹ ਹੀ ਦੇਣ ਪਿਆਰ ਲੱਗੇ। ਮਾਂ ਸਿੰਘ ਚਰੋਕਣਾ ਸਿਸਕਦਾ ਸੀ, ਦੇਖਣ ਉਸ ਨੂੰ ਜਦੋਂ ਦਾਤਾਰ ਲੱਗੇ। ਫਰਪੇ ਬੁੱਲ ਬੇਹੋਸ਼ੀ ਵਿੱਚ ਕਹਿਣ ਲੱਗਾ, ਦਿਲ ਵਿੱਚ ਤੇਰੀ ਤਸਵੀਰ ਤਾਂ ਵਸੀ ਹੋਈ ਏ। ਇਹ ਜਿੰਦ ਸਰੀਰ ਚੋਂ ਨਿਕਲਦੀ ਨਹੀਂ, ਜਿੰਦ ਉਸੇ ਬਦਾਵੇ ਵਿੱਚ ਫਸੀ ਹੋਈ ਏ। ਮਹਾਰਾਜ ਕੀ ਕਰਾਂ ਦਾਤਾ, ਜਿੰਦ ਸਰੀਰ ਚੋਂ ਨਿਕਲਦੀ ਨਹੀਂ। ਪਾਤਸ਼ਾਹ ਨੇ ਆਪਣੀ ਗੋਦ ਵਿੱਚ ਲੈ ਕੇ ਨਾ ਭਾਈ ਮਾਹ ਸਿੰਘ ਨੂੰ ਅੱਗੋਂ ਜਵਾਬ ਬੜਾ ਕਮਾਲ ਦਾ ਦਿੱਤਾ। ਬੋਲੇ ਪਿਤਾ ਅੱਗੋਂ, ਓਏ ਮਾਹ ਸਿੰਘਾ, ਤੇਰੀ ਸਿੱਖੀ ਪ੍ਰੀਤ ਨੂੰ ਹਾੜਿਆ ਮੈਂ, ਤਾੜ ਤਾੜ ਤੂੰ ਮਾਰਿਆ ਦੁਸ਼ਮਣਾਂ ਨੂੰ, ਉੱਚੀ ਟਿੱਬੀ ਤੇ ਬੈਠ ਕੇ ਹਾੜਿਆ ਮੈਂ। ਮਾਹ ਸਿੰਘਾ, ਤੇਰੇ ਹਿਰਦੇ ਦੀ ਪ੍ਰੀਤ ਨੂੰ ਦੇਖ ਚੁੱਕਿਆ ਵਾਂ, ਘਬਰਾ ਨਾ।
ਤੈਨੂੰ ਆਣ ਕੇ ਵੇਖ ਤੂੰ ਕਿੱਡਾ ਭਾਗਾਂ ਵਾਲਾ ਹੈ। ਇਸ ਗੋਦ ਦੇ ਅੰਦਰ ਨਾ ਬਾਬਾ ਅਜੀਤ ਸਿੰਘ ਰਹੇ ਨੇ, ਜਿਸ ਵਕਤ ਉਹਨਾਂ ਨੇ ਸ਼ਹੀਦੀਆਂ ਪਾਈਆਂ, ਨਾ ਬਾਬਾ ਜੁਝਾਰ ਸਿੰਘ, ਨਾ ਹੋਰ ਕੋਈ ਸਿੱਖ। ਤੂੰ ਕਿੱਡਾ ਭਾਗਾਂ ਵਾਲਾ ਹੈ ਮਾਂ ਸਿਆਮ, ਜਿਹੜਾ ਇਸ ਗੋਦ ਦੇ ਅੰਦਰ ਆਣ ਕੇ ਬੈਠਾ ਹੈ। ਲਿਆ ਇੱਕ ਬਦਾਵੇ ਦੀ ਗੱਲ ਤੇ ਕਿਹੜੀ ਹੈ? ਸਿੱਖ ਬਾਰ-ਬਾਰ ਵੀ ਅਗਰ ਬਦਾਵਾ ਲਿਖੇਗਾ ਨਾ ਤੇ ਗੁਰੂ ਦੀ ਸ਼ਰਨ ਵਿੱਚ ਆ ਜਾਏਗਾ, ਬਾਰ-ਬਾਰ ਉਹਦੇ ਬਦਾਵੇ ਪਾੜੇ ਜਾਣਗੇ। ਉਹਨਾਂ ਦਾ ਦਿਨ ਤੇ ਆਪਾਂ ਮਰਾ ਰਹੇ ਹਾਂ ਜਿਹੜੇ ਸੱਚੇ ਮਾਰਗ ਉੱਤੇ ਚੱਲ ਪਏ, ਜਿਹੜੇ ਸੱਚੇ ਮਾਰਗ ਦੇ ਪਾਂਧੀ ਸਨ। ਮਨੁੱਖ ਗਲਤੀ ਕਰਦਾ ਹੈ, ਗਲਤੀ ਦਾ ਪੁਤਲਾ ਹੈ, ਕਿਹੜਾ ਇਨਸਾਨ ਗਲਤੀ ਨਹੀਂ ਕਰਦਾ? ਪਰ ਗਲਤੀ ਤੋਂ ਬਾਅਦ ਜਿਹੜੇ ਖਿਮਾ ਮੰਗ ਲੈਂਦੇ ਨੇ ਉਹ ਮਹਾਨ ਪੁਰਖ ਹੁੰਦੇ ਨੇ। ਸਾਹਿਬ ਨੇ ਉਸ ਤੋਂ ਬਾਅਦ ਕਿਰਪਾ ਕੀਤੀ, ਬਦਾਵਾ ਪਾੜ ਕੇ ਪਰਾ ਸੁੱਟ ਦਿੱਤਾ। ਉਹਨਾਂ ਨੇ ਤੇ ਕਾਗਜ਼ ਤੇ ਬਦਾਵੇ ਲਿਖੇ ਸਨ, ਜਿਹੜੇ ਆਪਣੇ ਚਿਹਰਿਆਂ ਤੇ ਬਦਾਵੇ ਲਿਖੇ ਹੋਏ ਨੇ, ਇਹ ਕਦੋਂ ਪਾਟਣਗੇ ਸਾਧ ਸੰਗਤ? ਜਿਹੜੇ ਆਪਣੇ ਦਿਲ ਵਿੱਚ ਬਦਾਵੇ ਗੁਰੂ ਦੇ ਪ੍ਰਤੀ ਲਿਖ ਕੇ ਬੈਠੇ ਨੇ, ਇਹ ਬਦਾਵੇ ਕਦੋਂ ਪਾਟਣਗੇ? ਜਿਹੜੇ ਗੁਰੂ ਤੋਂ ਬੇਮੁਖ ਹੋ ਚੁੱਕੇ ਨੇ, ਗੁਰੂ ਦੀ ਅੰਮ੍ਰਿਤ ਦੀ ਦਾਤ ਛਕਣ ਵਾਸਤੇ ਤਿਆਰ ਨਹੀਂ, ਇਹ ਬਦਾਵੇ ਆਪਾਂ ਕਦੋਂ ਪਾੜਾਂਗੇ? ਸੱਚੇ ਮਾਰਗ ਉੱਤੇ ਚੱਲਾਂਗੇ ਤਾਂ ਹੀ ਇਹ ਮਾਰਗ ਜੀਵਨ ਸੁਨਹਿਰਾ ਬਣ ਜਾਏਗਾ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਂ ਅੱਗੇ ਇਸ ਇਤਿਹਾਸ ਨੂੰ ਜਾਂ ਗੁਰਬਾਣੀ ਦੀਆਂ ਪੰਕਤੀਆਂ ਨੂੰ ਤੋਰਾਂ, ਸੰਖੇਪ ਜਿਹੀ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜੀਏ, ਕਿਉਂਕਿ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਕੀਰਤ ਸਿੰਘ ਜੀ ਹਜ਼ੂਰੀ ਕੀਰਤਨੀਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਉਹ ਸਾਡੇ ਵਿੱਚ ਵਿਰਾਜਮਾਨ ਨੇ। ਇਸ ਲਈ ਆਪਾਂ ਇਸ ਸ਼ਬਦ ਦੇ ਸੰਖੇਪ ਅਰਥ ਕਰਕੇ ਸਮਾਪਤੀ ਕਰੀਏ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਿਹੜਾ ਵੀ ਸੱਚੇ ਮਾਰਗ ਤੇ ਤੁਰੇਗਾ, ਜਿਨ੍ਹਾਂ ਨੂੰ ਸਹੀ ਇਸ਼ਨਾਨ ਕਰਨਾ ਆ ਗਿਆ, ਉਹਨਾਂ ਦੀ ਉਸਤਤ ਜਹਾਨ ਕਰੇਗਾ। ਅੱਜ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ, ਅੱਜ ਆਪਾਂ ਉਹਨਾਂ ਨੂੰ ਮੁਕਤਿਆਂ ਦਾ ਨਾਮ ਦਿੰਦੇ ਹਾਂ। ਅਸਲ ਵਿੱਚ ਗੁਰੂ ਨਾਲ ਜੁੜ ਕੇ ਹੀ ਇਨਸਾਨ ਮੁਕਤ ਹੋ ਸਕਦਾ ਹੈ। 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। ਜਿਸ ਦਿਨ ਗੁਰੂ ਦੇ ਕੋਲ ਆਣ ਕੇ ਇਸ ਇਸ਼ਨਾਨ ਕਰਨ ਦੀ ਜਾਚ ਆ ਗਈ ਨਾ, ਉਸ ਦਿਨ 68 ਸੀਤਾਂ ਦਾ ਇਸ਼ਨਾਨ ਹੋ ਜਾਏਗਾ, ਕਿਉਂਕਿ ਜੀਵ ਦੇ ਅੰਦਰ ਬਿਰਤੀ ਬਦਲ ਜਾਏਗੀ, ਦਇਆ ਵਾਲੀ ਭਾਵਨਾ ਆ ਜਾਏਗੀ, ਜੀਵਨ ਆਇਆ ਹੋਇਆ ਪ੍ਰਵਾਨ ਹੋ ਜਾਏਗਾ। ਬਾਕੀ ਬਾਹਰੀ ਤੀਰਥਾਂ ਨੇ ਕੁਝ ਨਹੀਂ ਜੇ ਸਵਾਰਨਾ, ਅੰਦਰਲੇ ਤੀਰਥ ਨੇ ਸਵਾਰਨਾ ਹੈ। ਜਦੋਂ ਸਵਾਰਨਾ ਇਸ ਜੀਵ ਦਾ, ਮਹਾਰਾਜ ਅੱਗੇ ਕਹਿੰਦੇ ਨੇ, ਜਿਸ ਨਉ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਜਿਹਨੂੰ ਇਹ ਦਾਤ ਗੁਰੂ ਟੁੱਟ ਕੇ ਦਿੰਦਾ ਹੈ ਨਾ, ਉਹੀ ਸਿਆਣਾ ਪੁਰਖ ਹੈ, ਉਹਦਾ ਹੀ ਸੰਸਾਰ ਅੰਦਰ ਆਇਆ ਹੋਇਆ ਸਫਲਾ ਹੈ। ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਜਿਨ੍ਹਾਂ ਨੂੰ ਪ੍ਰਭੂ ਮਿਲ ਗਿਆ, ਗੁਰੂ ਦੇ ਦੱਸੇ ਹੋਏ ਰਾਹ ਦੇ ਉੱਤੇ ਜਿਹੜੇ ਤੁਰ ਪਏ ਤੇ ਜਿਨ੍ਹਾਂ ਦਾ ਪ੍ਰਭੂ ਨਾਲ ਮਿਲਾਪ ਹੋ ਗਿਆ, ਮਹਾਰਾਜ ਕਹਿੰਦੇ ਨੇ ਉਹਨਾਂ ਦਾ ਆਇਆ ਹੋਇਆ ਸਫਲ ਏ ਤੇ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਵਾਂ, ਮੈਂ ਉਹਨਾਂ ਤੋਂ ਸਦਕੇ ਜਾਨਾ ਵਾਂ। ਮਾਘ ਦਾ ਮਹੀਨਾ ਸਾਧ ਸੰਗਤ ਬਹੁਤ ਵਾਰੀ ਆਰੰਭ ਹੋਇਆ ਹੋਏਗਾ ਸਾਡੇ ਜੀਵਨ ਦੇ ਅੰਦਰ। ਕਈ ਵਾਰੀ ਆਇਆ ਹੈ, ਕਈ ਵਾਰੀ ਚਲੇ ਗਿਆ ਹੈ, ਕਈ ਵਾਰੀ ਪਤਾ ਨਹੀਂ, ਰੱਬ ਨੂੰ ਪਤਾ ਹੈ, ਉਹ ਗੁਰੂ ਨੂੰ ਪਤਾ ਹੈ ਸਵਾਸ ਕਿੰਨੇ ਕੁ ਨੇ, ਕਿੰਨੀ ਵਾਰੀ ਹੋਰ ਆਉਣਾ ਹੈ। ਪਰ ਕਿੰਨੀ ਵਾਰੀ ਮਾਘ ਦਾ ਮਹੀਨਾ ਆਰੰਭ ਹੋ ਜਾਵੇ ਕੋਈ ਫਰਕ ਨਹੀਂ ਪੈਣ ਵਾਲਾ, ਜਿੰਨੀ ਦੇਰ ਤੱਕ ਅਸੀਂ ਆਪਣੇ ਅੰਦਰੋਂ ਸੁੱਚੇ ਨਹੀਂ ਬਣਦੇ। ਇਹ ਤੇ ਮਹੀਨਾ ਵਰਤ ਕੇ, ਨਾਮ ਵਰਤ ਕੇ ਅੰਦਰਲੀ ਖੇਡ ਸਮਝਾ ਰਹੇ ਨੇ ਨਾ। ਪਰ ਕਿਉਂਕਿ ਵਿਖਿਆਨ ਕਰਦਿਆਂ ਹੋਇਆ ਜੋ ਗੁਰੂ ਨੇ ਸਿਹਾਰੀ ਲਾਈ, ਆਪਾਂ ਇਹਦੇ ਤੋਂ ਬਾਹਰ ਨਹੀਂ ਜਾ ਸਕਦੇ। ਰਾਹੀਂ ਮਾਘ ਮਹੀਨੇ ਦੇ ਰਾਹੀਂ ਉਪਦੇਸ਼ ਇਹ ਦਿੱਤਾ ਹੈ, ਮਾਘ ਸੁੱਚੇ ਸੇ ਕਾਂਡੀਐ ਜਿਨ ਪੂਰਾ ਗੁਰ ਮਿਹਰਵਾਨ। ਮਾਘ ਦੇ ਮਹੀਨੇ ਵਿੱਚ ਉਹ ਸੁੱਚੇ ਪਵਿੱਤਰ ਕਹੇ ਜਾਣਗੇ, ਉਹਨਾਂ ਦੀ ਸ਼ੋਭਾ ਹੋਏਗੀ ਜਿਨ੍ਹਾਂ ਉੱਤੇ ਪੂਰੇ ਗੁਰੂ ਨੇ ਮਿਹਰ ਕਰਕੇ ਸੱਚਮੁੱਚ ਹੀ ਉਸ ਤੀਰਥ ਉੱਤੇ ਇਸ਼ਨਾਨ ਕਰਨ ਦਾ ਉਪਦੇਸ਼ ਦੇ ਦਿੱਤਾ। ਸੰਗਤ ਅੰਦਰ ਆਣ ਕੇ ਗੁਰੂ ਦੀ ਮੱਤ ਲੈਣ ਦਾ ਜਿਨ੍ਹਾਂ ਨੂੰ ਉਪਦੇਸ਼ ਮਿਲ ਗਿਆ, ਜਿਹੜੇ ਗੁਰੂ ਕੋਲ ਆਣ ਕੇ ਬੈਠ ਗਏ, ਸ਼ੋਭਾ ਦੇ ਪਾਤਰ ਬਣ ਗਏ। ਸਾਧ ਸੰਗਤ ਗੁਰੂ ਇਤਿਹਾਸ ਦੀ ਵਿਚਾਰ ਕਰਦਿਆਂ, ਗੁਰਬਾਣੀ ਦੀ ਵਿਚਾਰ ਕਰਦਿਆਂ ਗੁਰੂ ਦੇ ਅਣਜਾਣ ਬੱਚੇ ਆ। ਮੇਰੀਆਂ ਭੁੱਲਾਂ ਨਾ ਚਤਾਰਨੀਆਂ, ਬੇਅੰਤ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਤੇ ਸਮੁੱਚੀ ਗੁਰੂ ਰੂਪ ਸਾਧ ਸੰਗਤ ਬਖਸ਼ਣ ਯੋਗ ਹੈ। ਬਖਸ਼ੋ ਸ਼ੀਸ਼ ਸਤਿਗੁਰੂ ਦਾਤਾ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨ। ਪ੍ਰੇਮ ਅਦਬ ਸਤਿਕਾਰ ਦੇ ਨਾਲ ਗੁਰੂ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।